राधा स्वामी। हाँ जी। ਸਾਰ ਬਚਨ ਬਾਣੀ ਹਜੂਰ ਸਵਾਮੀ ਜੀ ਮਹਾਰਾਜ ਬਚਨ 33ਵਾਂ ਸ਼ਬਦ 9ਵਾਂ। ਸਤ ਗੁਰ ਮੇਰੀ ਸੁਣੋ ਪੁਕਾਰ, ਮੈਂ ਟੇਰਤ ਬਾਰੰਬਾਰ। ਸਤ ਗੁਰ ਮੇਰੀ ਸੁਣੋ ਪੁਕਾਰ, ਮੈਂ ਟੇਰਤ ਬਾਰੰਬਾਰ। राधा स्वामी जय करना साहब। बाणी परम संत सतगुरु हजूर स्वामी जी महाराज जी ਦੀ ਦਇਆ ਕਰ ਰਹੇ ਨੇ, ਸਾਨੂੰ ਬੇਨਤੀ ਕਰਨ ਦੀ, ਪੁਕਾਰ ਕਰਨ ਦੀ ਜਾਂਚ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਫਰਿਆਦ ਕਰਨੀ ਹੈ, ਪੁਕਾਰ ਕਰਨੀ ਹੈ। ਕਿ ਦੁਨੀਆ 'ਤੇ ਕੋਈ ਐਸਾ ਜੀਵ ਨਹੀਂ ਜਿਹੜਾ ਕਦੀ ਨਾ ਕਦੀ ਪੁਕਾਰ ਨਹੀਂ ਕਰਦਾ, ਬੇਨਤੀ ਨਹੀਂ ਕਰਦਾ। ਛੋਟੇ ਤੋਂ ਲੈ ਕੇ ਵੱਡੇ ਤੱਕ ਕੋਈ ਨਾ ਕੋਈ ਸਮਾਂ ਜ਼ਰੂਰ ਜੀਵਨ 'ਚ ਐਸਾ ਹੁੰਦਾ ਹੈ ਜਦੋਂ ਅਸੀਂ ਬੇਨਤੀ ਕਰਦੇ ਹਾਂ, ਪੁਕਾਰ ਕਰਦੇ ਹਾਂ। ਚਾਹੇ ਉਹ ਸੰਸਾਰੀ ਤੌਰ 'ਤੇ ਹੋਵੇ, ਚਾਹੇ ਅਧਿਆਤਮ ਤੌਰ 'ਤੇ ਹੋਵੇ, ਕਦੀ ਨਾ ਕਦੀ ਅਸੀਂ ਕਿਸੇ ਨਾ ਕਿਸੇ ਦੇ ਅੱਗੇ ਜ਼ਰੂਰ ਬੇਨਤੀ ਕਰਦੇ ਹਾਂ। ਕਿਉਂਕਿ ਹਰ ਜੀਵ ਚਾਹੁੰਦਾ ਹੈ ਕਿ ਮੇਰੇ ਦੁੱਖ ਦੂਰ ਹੋ ਜਾਣ, ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ, ਜੋ ਵੀ ਮੇਰੇ ਮਨ ਦੇ ਖਿਆਲ ਨੇ, ਜੋ ਚੀਜ਼ਾਂ ਉਹ ਪੂਰੀਆਂ ਹੋ ਜਾਣ, ਸ਼ਾਇਦ ਇਹਦੇ ਨਾਲ ਮੈਨੂੰ ਸੁੱਖ ਦੀ ਪ੍ਰਾਪਤੀ ਹੋਏਗੀ। ਔਰ ਆਪਣੇ ਤਰੀਕੇ ਦੇ ਨਾਲ ਕੋਈ ਨਾ ਕੋਈ ਜੋ ਕਿਸੇ ਦੇ ਜੀਵਨ ਦੇ ਵਿੱਚ ਘਾਟ ਹੈ, ਉਹਨਾਂ ਚੀਜ਼ਾਂ ਨੂੰ ਪਾਉਣ ਵਾਸਤੇ ਉਹ ਕੋਸ਼ਿਸ਼ ਕਰ ਰਿਹਾ ਹੈ। ਲੇਕਿਨ ਸਤਿਗੁਰ ਦਇਆ ਕਿਰਪਾ ਕਰਦੇ ਸਾਨੂੰ ਇਹ ਸਮਝਾਉਂਦੇ ਨੇ ਕਿ ਬਈ ਜਿਹੜੀ ਸਾਡੇ ਜੀਵਨ ਦੇ ਵਿੱਚ ਕਮੀ ਹੈ ਜਾਂ ਦੁੱਖ ਹੈ, ਉਹ ਬਾਹਰ ਦੀਆਂ ਚੀਜ਼ਾਂ ਕਰਕੇ ਨਹੀਂ ਹੈ। ਕਿਉਂਕਿ ਇੱਕ ਵਸਤੂ ਹੈ, ਜੇ ਉਹਦੇ ਨਾਲ ਕੋਈ ਦੁੱਖ ਹੁੰਦਾ ਤਾਂ ਉਹ ਸਾਰਿਆਂ ਨੂੰ ਹੀ ਹੁੰਦਾ ਹੈ। ਲੇਕਿਨ ਕੁਝ ਚੀਜ਼ਾਂ ਐਸੀਆਂ ਨੇ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਪਾਸ ਤਾਂ ਨਹੀਂ ਹੈ, ਅਸੀਂ ਉਸ ਚੀਜ਼ ਦੀ ਚਾਹਤ ਰੱਖਦੇ ਹਾਂ। ਕਿਉਂ ਚਾਹਤ ਰੱਖਦੇ ਹਾਂ? ਕਿ ਸਾਨੂੰ ਲੱਗਦਾ ਹੈ ਕਿ ਇਹ ਵਸਤ ਪ੍ਰਾਪਤ ਹੋ ਜਾਏਗੀ ਔਰ ਸਾਨੂੰ ਸੁੱਖ ਮਿਲ ਜਾਏਗਾ, ਅਸੀਂ ਸੁਖੀ ਹੋ ਜਾਵਾਂਗੇ, ਔਰ ਉਹਦੇ ਵਾਸਤੇ ਅਸੀਂ ਲਾਲਚ ਰਹਿੰਦੇ ਹਾਂ। ਲੇਕਿਨ ਜਦੋਂ ਉਹ ਚੀਜ਼ ਸਾਨੂੰ ਪ੍ਰਾਪਤ ਹੁੰਦੀ ਹੈ, ਸਾਨੂੰ ਪਤਾ ਲੱਗਦਾ ਹੈ ਕਿ ਨਹੀਂ, ਉਹ ਸੁੱਖ ਜੋ ਅਸੀਂ ਲੱਭਦੇ ਪਏ ਸੀ ਉਹਦੇ ਵਿੱਚ ਤਾਂ ਹੈ ਹੀ ਨਹੀਂ। ਜਾਂ ਕਿਸੇ ਵੇਲੇ ਨਾ ਵੀ ਪ੍ਰਾਪਤ ਹੋਵੇ ਤਾਂ ਅਸੀਂ ਜਦੋਂ ਇੱਧਰ ਨਿਗਾਹ ਮਾਰਾਂਗੇ ਸੰਸਾਰ ਦੇ ਵਿੱਚ, ਅਤੇ ਕੁਝ ਲੋਕ ਸਾਨੂੰ ਐਸੇ ਦਿਸਣਗੇ ਕਿ ਜਿਨ੍ਹਾਂ ਦੇ ਪਾਸ ਜੋ ਚੀਜ਼ ਅਸੀਂ ਲੱਭ ਰਹੇ ਹਾਂ ਉਹਨਾਂ ਦੇ ਪਾਸ ਬੇਸ਼ੁਮਾਰ ਹੈ, ਭਰੀ ਹੈ, ਲੇਕਿਨ ਸੁੱਖ ਦੀ ਪ੍ਰਾਪਤੀ ਉਹ ਵੀ ਉਹਨਾਂ ਕੋਲ ਨਹੀਂ। ਇਹਦਾ ਮਤਲਬ ਕਿ ਅਸੀਂ ਅਜੇ ਭੁਲੇਖੇ ਦੇ ਵਿੱਚ ਜੀ ਰਹੇ ਹਾਂ। ਮਨ ਨੇ ਭੁਲੇਖਾ ਪਾ ਦਿੱਤਾ ਇਸ ਚੀਜ਼ ਦਾ ਕਿ ਸ਼ਾਇਦ ਇਹਨਾਂ ਸੰਸਾਰੀ ਵਸਤਾਂ ਦੇ ਵਿੱਚ ਸੁੱਖ ਹੈ। ਠੀਕ ਹੈ, ਜ਼ਰੂਰਤਾਂ ਹੈਗੀਆਂ ਨੇ ਇਹਨਾਂ ਦੀਆਂ, ਚਾਹੀਦੀਆਂ ਵੀ ਹੈ, ਪਰ ਜਿਹੜਾ ਸੁੱਖ, ਜਿਹੜੀ ਗੱਲ ਅਸੀਂ ਕਰ ਰਹੇ ਹਾਂ, ਉਹਨਾਂ ਨੇ ਸਤਿਗੁਰਾਂ ਨੇ ਫਰਮਾਇਆ ਕਿ ਵਸਤੂ ਕਹੀਂ ਢੂੰਢੇ ਕਹੀਂ ਕਿਸ ਬਿਦਾਵੇ ਹਾਥ। ਕਹਿੰਦੇ ਉਹ ਚੀਜ਼, ਉਹ ਪਰਮ ਸੁੱਖ ਦੀ ਪ੍ਰਾਪਤੀ ਜੋ ਅਸੀਂ ਕਰਨਾ ਚਾਹੁੰਦੇ ਹਾਂ, ਉਹ ਇੱਥੇ ਨਹੀਂ ਹੈਗੀ। ਕਿਉਂ ਨਹੀਂ ਹੈਗੀ? ਕਿਉਂਕਿ ਅਸੀਂ ਆਪਣੇ ਘਰ ਤੋਂ ਵਿਛੜੇ ਹਾਂ, ਅਸੀਂ ਆਪਣੇ ਘਰ ਤੋਂ ਬਾਹਰ ਹਾਂ। ਜਦੋਂ ਤੱਕ ਅਸੀਂ ਆਪਣੇ ਘਰ ਦੇ ਵਿੱਚ ਨਹੀਂ ਪਹੁੰਚ ਜਾਂਦੇ, ਉਦੋਂ ਤੱਕ ਉਹ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੋ ਮਰਜ਼ੀ ਸਾਨੂੰ ਮਿਲ ਜਾਵੇ, ਥੋੜ੍ਹੇ ਦਿਨ ਦੀ ਜਿਹੜੀ ਆ ਅੱਛੀ ਲੱਗਦੀ ਹੈ ਚਾਂਦਨੀ, ਲੱਗਦਾ ਹੈ ਕਿਤੇ ਬਾਹਰ ਘੁੰਮਣ ਫਿਰਨ ਜਾਂਦੇ ਹਾਂ, ਕੋਈ ਚੀਜ਼ ਦੇਖਦੇ ਹਾਂ, ਆਨੰਦ ਆਉਂਦਾ ਹੈ, ਲੱਗਦਾ ਹੈ, ਪਰ ਥੋੜ੍ਹੇ ਦਿਨਾਂ ਬਾਅਦ ਮਨ ਜਿਹੜਾ ਹੈ ਉੱਕਣਾ ਸ਼ੁਰੂ ਹੋ ਜਾਂਦਾ ਹੈ। ਮਨ ਕਰਦਾ ਹੈ ਚਲੋ ਵੀ ਆਪਣੇ ਘਰ ਚੱਲੀਏ। ਘਰ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਬਿਸਤਰਾ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਪਰ ਆਪਣੇ ਘਰ ਜਾ ਕੇ ਜੋ ਚੈਨ ਮਿਲਦਾ ਹੈ ਉਹ ਬਾਹਰ ਨਹੀਂ ਮਿਲਦਾ। ਔਰ ਜਦੋਂ ਤੱਕ ਅਸੀਂ ਆਪਣੇ ਘਰ ਤੋਂ ਵਿਛੜੇ ਹਾਂ, ਉਦੋਂ ਤੱਕ ਸਾਰਾ ਕੁਛ ਵੀ ਸਾਨੂੰ, ਸਾਰੀ ਦੁਨੀਆ ਦੀਆਂ ਸਾਰੀਆਂ ਦੌਲਤਾਂ ਵੀ ਮਿਲ ਜਾਣ, ਧੀਆਂ ਪੁੱਤਰ ਮਿਲ ਜਾਣ, ਪੈਸੇ ਮਿਲ ਜਾਣ, ਜੋ ਵੀ ਪਦਾਰਥਾਂ ਦੀ ਪ੍ਰਾਪਤੀ ਹੋ ਜਾਏ, ਪਰ ਉਹ ਪਰਮ ਸੁੱਖ ਦੀ ਪ੍ਰਾਪਤੀ ਸਾਨੂੰ ਨਹੀਂ ਹੋਏਗੀ।
ਥੋੜ੍ਹੀ ਦੇਰ ਲਈ ਲੱਗੇਗਾ, ਪਰ ਜਦੋਂ ਉਹਦਾ ਨਸ਼ਾ ਉਤਰੇਗਾ ਫਿਰ ਅਸੀਂ ਖਾਲੀ ਦੇ ਖਾਲੀ ਮਹਿਸੂਸ ਕਰਾਂਗੇ। ਇਸੇ ਤਰ੍ਹਾਂ ਜਦੋਂ ਅਸੀਂ ਖਾਲੀ ਮਹਿਸੂਸ ਕਰਦੇ ਹਾਂ ਫਿਰ ਅਸੀਂ ਉਹਨੂੰ ਪਾਉਣ ਵਾਸਤੇ ਕਿਤੇ ਨਾ ਕਿਤੇ ਪੁਕਾਰ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ। ਜਦੋਂ ਸਾਡੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਨੇ ਤਾਂ ਫਿਰ ਅਸੀਂ ਕੋਈ ਪੁਕਾਰ ਕਰਦੇ ਹਾਂ ਕਿ ਸਾਨੂੰ ਇਹ ਚੀਜ਼ ਮਿਲ ਜਾਵੇ। ਸਾਰੀ ਕਾਇਨਾਤ 'ਤੇ ਦੇਖੀਏ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਪੂਜਾ ਕਰ ਰਿਹਾ ਹੈ, ਭਗਤੀ ਕਰ ਰਿਹਾ ਹੈ। ਸਤਿਗੁਰੂ ਸਾਨੂੰ ਇਹ ਨਹੀਂ ਫਰਮਾਉਂਦੇ ਕਿ ਵੀ ਭਗਤੀ ਨਹੀਂ ਕਰਨੀ, ਪਰ ਉਹਨਾਂ ਨੇ ਬਾਣੀ ਦੇ ਵਿੱਚ ਫਰਮਾਇਆ ਹੈ। ਉਹਨਾਂ ਫਰਮਾਇਆ ਕਿ ਮਤ ਕੋਈ ਭਰਮ ਭੁੱਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰਸ ਪਾਰ। ਜੇ ਸੰਸਾਰੀ ਤੌਰ ਦੇ ਉੱਤੇ ਅਸੀਂ ਕੋਈ ਛੋਟੇ ਤੋਂ ਛੋਟਾ ਕੰਮ ਕਰਨਾ ਹੋਵੇ ਤਾਂ ਸਾਨੂੰ ਉਸਤਾਦ ਦੀ ਲੋੜ ਪੈਂਦੀ ਹੈ, ਗੁਰੂ ਦੀ ਲੋੜ ਪੈਂਦੀ ਹੈ। ਅਤੇ ਬਈ ਇਸ ਮਾਰਗ ਦੇ ਉੱਤੇ ਜਿਹਦੇ ਵਿੱਚ ਅਸੀਂ ਜਾਣਦੇ ਹੀ ਕੁਛ ਨਹੀਂ, ਇਹਦੇ 'ਤੇ ਅਸੀਂ ਜੇ ਸੋਚੀਏ ਕਿ ਅਸੀਂ ਪੜ੍ਹਾਈ ਲਿਖਾਈ ਕਿਤਾਬਾਂ ਪੜ੍ਹ ਕੇ ਜਾਂ ਅਸੀਂ ਕਿਸੇ ਚੀਜ਼ ਨਾਲ ਅਸੀਂ ਨਿਕਲ ਜਾਵਾਂਗੇ ਤਾਂ ਬਹੁਤ ਮੁਸ਼ਕਿਲ ਹੈ। ਬਹੁਤ ਸਾਖੀਆਂ ਨੇ ਪਿੱਛੇ ਅਸੀਂ ਪੜ੍ਹਦੇ ਸੁਣਦੇ ਹਾਂ ਕਿ ਕਿਸ ਤਰ੍ਹਾਂ ਜੀਵਨ ਦੇ ਵਿੱਚ ਜਿਹੜੇ ਸਾਧੂ ਸੰਤ ਮਹਾਤਮਾ ਜਿਹੜੇ ਜਿਨ੍ਹਾਂ ਦੇ ਅਸੀਂ ਅੱਜ ਮੱਥੇ ਟੇਕਦੇ ਹਾਂ, ਉਹਨਾਂ ਦਾ ਨਾਮ ਲੈਂਦੇ ਹਾਂ, ਉਹਨਾਂ ਦੇ ਜੀਵਨ ਦੇ ਵਿੱਚ ਬਦਲਾਵ ਕਿੱਦਾਂ ਆਇਆ। ਕਿਉਂਕਿ ਜਦੋਂ ਗੁਰੂ ਜੀਵਨ ਦੇ ਵਿੱਚ ਆਇਆ ਤਾਂ ਸਾਰਾ ਕੁਛ ਹੀ ਬਦਲਣਾ ਸ਼ੁਰੂ ਹੋ ਗਿਆ। ਸਾਰੇ ਸਤ ਸਵਾਮੀ ਜੀ ਨੇ ਫਰਮਾਇਆ ਕਿ ਸਭ ਕੋ ਕਰੂ ਪ੍ਰਣਾਮ ਜੋੜ ਕਰ। ਕਹਿੰਦੇ ਮੈਂ ਕਿਸੇ ਨੂੰ ਵੱਧ ਘੱਟ ਮਾੜਾ ਨਹੀਂ ਕਹਿ ਰਿਹਾ, ਸਾਰੇ ਹੀ ਪੂਜਨਯੋਗ ਨੇ, ਕਲਾਸਾਂ ਨੇ ਆਪਣੀਆਂ ਆਪਣੀਆਂ। ਉਹਨਾਂ ਫਰਮਾਇਆ ਕਿ ਨਾ ਹੀ ਕੋਈ ਸਤਿਗੁਰੂ ਸੰਸਾਰ। ਲੇਕਿਨ ਅਸੀਂ ਸਤਿਗੁਰਾਂ ਕੋਲ ਜਾ ਕੇ ਆਪਣੇ ਆਪਣੇ ਕੋਈ ਨਾ ਕੋਈ ਗੁਰੂ ਧਾਰਨ ਕਰਕੇ ਫਿਰ ਵੀ ਅਸੀਂ ਕਿਉਂ ਦੁਖੀ ਹਾਂ, ਫਿਰ ਵੀ ਸਾਡੇ ਜੀਵਨ ਦੇ ਵਿੱਚ ਉਹ ਗੱਲ ਕਿਉਂ ਨਹੀਂ ਬਣਦੀ। ਕਿਉਂ? ਕਿਉਂਕਿ ਜੋ ਚੀਜ਼ ਚਾਹੀਦੀ ਹੈ, ਕਹਿੰਦੇ ਗੁਰੂ ਕੋ ਉੱਪਰ ਗਾਤਾ, ਗੁਰੂ ਕੋ ਦਿਲ ਭੀਤਰ ਨਹੀਂ ਲਾਤਾ, ਕਾਰਜ ਤੇਰਾ ਕੈਸੇ ਹੋਵੇ ਭਾਈ, ਗੁਰੂ ਸੰਗ ਉਪਰੀ ਪ੍ਰੀਤ ਲਗਾਈ। ਸਿਰਫ ਮੂੰਹ ਤੋਂ ਉਹ ਗੱਲ ਕਹਿੰਦੇ ਆ, ਕਹਿੰਦੇ ਮੂੰਹ ਕੇ ਕਹੇ ਕਾਜ ਨਹੀਂ ਹੋਗਾ। ਸ਼ਿਵ ਬਾਣੀ ਦੇ ਵਚਨ ਆਏ ਸੀ, ਹੁਣ ਸਤਸੰਗ 'ਚ ਵਚਨ ਆਏ ਕਿ ਰਾਮ ਰਾਮ ਸਭ ਕੋਈ ਕਹੇ, ਰਾਮ ਰਾਮ ਸਭ ਕੋਈ ਕਹੇ, ਕਹੀਏ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੇ, ਤਾਂ ਫਲ ਪਾਵੇ ਕੋਈ। ਜਦੋਂ ਤੱਕ ਸਾਡੇ ਅੰਦਰ ਉਹ ਪ੍ਰੇਮ ਨਹੀਂ ਆਉਂਦਾ, ਸਾਡੇ ਅੰਦਰ ਉਹ ਪਿਆਰ ਨਹੀਂ ਆਉਂਦਾ, ਉਦੋਂ ਤੱਕ ਅਸੀਂ ਮੂੰਹ ਤੋਂ ਅਸੀਂ ਜੋ ਮਰਜ਼ੀ ਕਰੀ ਜਾਈਏ ਉਹ ਗੱਲ ਨਹੀਂ ਬਣੇਗੀ। ਉਹ ਪਰਮਾਤਮਾ ਕਿਤੇ ਬਾਹਰ ਨਹੀਂ ਹੈ ਤਾਂ ਸਾਡੇ ਅੰਦਰ ਹੀ ਹੈ, ਪਰ ਪ੍ਰਾਪਤੀ ਕਿਸ ਤਰ੍ਹਾਂ ਹੋਏਗੀ ਉਹਦੀ। ਔਰ ਉਹਦੇ ਪਾਉਣ ਵਾਸਤੇ ਸਤਿਗੁਰੂ ਸਾਨੂੰ ਰਸਤਾ ਦੱਸਦੇ ਨੇ। ਰਸਤਾ ਇਹ ਨਹੀਂ ਹੈ ਕਿ ਕੋਈ ਬਾਹਰੋਂ ਜਿਸ ਤਰ੍ਹਾਂ ਕਿ ਕੋਈ ਰੋਡ ਜਾ ਰਹੀ ਹੈ ਕਿ ਉਹਦੇ ਉੱਤੇ ਚੜ੍ਹ ਕੇ ਆਪਾਂ ਗੱਡੀ 'ਚ ਜਾਂ ਭੱਜ ਕੇ ਚਲੇ ਜਾਣਾ ਹੈ। ਉਹ ਸਾਨੂੰ ਉਹ ਜਾਂਚ ਦੱਸਦੇ ਨੇ, ਸਾਡੇ ਨਿਯਮ ਦੱਸਦੇ ਨੇ ਸਾਨੂੰ ਕਿ ਬਈ ਕੋਲ ਹੀ ਇਹ ਕਿਉਂ ਨਹੀਂ ਸਾਨੂੰ ਦਿਸ ਰਿਹਾ। ਪੰਜਵੇਂ ਪਾਤਸ਼ਾਹ ਦੇ ਬਚਨ ਬਾਣੀ 'ਚ ਫਰਮਾਇਆ ਨੇ, ਇੱਕ ਜਗ੍ਹਾ ਫਰਮਾਇਆ ਹੈ ਕਿ ਬਈ ਏਕਾ ਸੰਗਤ ਏਕਾ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਕੋਈ ਵੀ ਦੋ ਭਰਾ ਹੋਣ, ਇੱਕ ਘਰ ਦੇ ਵਿੱਚ ਰਹਿੰਦੇ ਹੋਣ ਔਰ ਸਦੀਆਂ ਤੋਂ ਰਹਿੰਦੇ ਹੋਣ, ਆਉਂਦਿਆਂ ਜਾਂਦਿਆਂ ਖਾਂਦਿਆਂ ਪੀਂਦਿਆਂ ਬੈਠਦਿਆਂ ਕਿਤੇ ਨਾ ਕਿਤੇ ਤਾਂ ਮੁਲਾਕਾਤ ਹੋਣੀ ਚਾਹੀਦੀ ਹੈ। ਪਰ ਉਹ ਕਹਿੰਦੇ ਆ ਕਿ ਸਦੀਆਂ ਬੀਤ ਗਈਆਂ, ਇਹਦੇ ਹੈ ਅੰਦਰ ਹੀ ਹੈ, ਆਤਮਾ ਵੀ ਇਹਦੇ ਅੰਦਰ ਹੈ, ਪਰਮਾਤਮਾ ਵੀ ਇਹਦੇ ਅੰਦਰ ਹੈ, ਪਰ ਕਹਿੰਦੇ ਕਦੀ ਮੇਲ ਨਹੀਂ ਹੋਇਆ। ਏਕਾ ਸੰਗਤ ਏਕਾ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਅੱਗੇ ਉਹਦਾ ਰੀਜਨ ਦੱਸਿਆ, ਕਹਿੰਦੇ ਅੰਤਰ ਅਰਕ ਨਾ ਜਾਏ ਲਕਿਆ, ਵਿੱਚ ਪੜਦਾ ਹਉਮੈ ਪਾਈ। ਪੜਦਾ ਹੋਰ ਕਿਸੇ ਚੀਜ਼ ਦਾ ਨਹੀਂ, ਕਈ ਤਰ੍ਹਾਂ ਦੀਆਂ ਹਉਮੈ ਸਾਡੇ ਅੰਦਰ ਨੇ। ਜਦੋਂ ਤੱਕ ਉਹ ਹਉਮੈ ਜਿਹੜੀ ਨਿਕਲਦੀ ਨਹੀਂ ਹੈ, ਉਦੋਂ ਤੱਕ ਉਹਦੇ ਦਰਸ਼ਨ ਨਹੀਂ ਹੋ ਸਕਦੇ। ਇਸੇ ਤਰ੍ਹਾਂ ਹੀ ਅੱਜ ਦੇ ਜੋ ਬਚਨ ਦੇ ਵਿੱਚ ਆ, ਸਾਰਾ ਉਹਨਾਂ ਨੇ ਇਹੋ ਹੀ ਖੋਲ੍ਹਿਆ ਕਿ ਜਦੋਂ ਕਿਸੇ ਜੀਵ ਆਤਮਾ ਨੂੰ ਸਮਝ ਆ ਗਈ, ਪਤਾ ਚੱਲ ਗਿਆ ਕਿ ਮੇਰੀਆਂ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਨੇ, ਮੈਂ ਸਾਰੀਆਂ ਕੋਸ਼ਿਸ਼ਾਂ ਕਰ ਰਿਹਾ ਹਾਂ, ਮੇਰੇ ਕੋਲ ਉਹ ਗੱਲ ਨਹੀਂ ਬਣ ਰਹੀ, ਤਾਂ ਫਿਰ ਉਹ ਆਪਣੇ ਸਤਿਗੁਰਾਂ ਦੇ ਚਰਨਾਂ 'ਚ ਪੁਕਾਰ ਕੀਤੀ, ਸਤਿਗੁਰੂ ਮੇਰੀ ਸੁਣੋ ਪੁਕਾਰ, ਮੈਂ ਢੇਰਤ ਬਾਰੰਬਾਰ। ਕਿ ਸਤਿਗੁਰੂ ਜੀ ਦਇਆ ਕਰੋ, ਕਿਰਪਾ ਕਰੋ, ਮੇਰੀ ਪੁਕਾਰ ਵੀ ਤਾਂ ਸੁਣੋ। ਮੈਂ ਕਦੋਂ ਦਾ ਪੁਕਾਰਾਂ ਕਰ ਰਿਹਾ ਹਾਂ, ਤੁਹਾਡੇ ਚਰਨਾਂ ਦੇ ਵਿੱਚ ਅਰਜ਼ ਗੁਜ਼ਾਰ ਰਿਹਾ ਹਾਂ, ਕਿਰਪਾ ਕਰਕੇ ਮੇਰੀ ਬੇਨਤੀ ਸੁਣੋ। ਔਰ ਅੱਗੇ ਸਾਰੇ ਬਚਨ ਦੇ ਵਿੱਚ ਸਾਨੂੰ ਖੋਲ੍ਹ ਕੇ ਸਾਨੂੰ ਸਮਝਾਉਣਗੇ ਕਿ ਬਈ ਉਹ ਬੇਨਤੀ ਪੁਕਾਰ ਕੀ ਕਰ ਕੀ ਰਹੇ ਨੇ, ਕਾਹਦੇ ਵਾਸਤੇ ਉਹ ਤਰਲੇ ਮਿੰਨਤਾਂ ਕਰ ਰਹੇ ਨੇ। ਹਾਂਜੀ ਬੇਟੇ। ਸਤਿਗੁਰ ਮੇਰੀ ਸੁਣੋ ਪੁਕਾਰ, ਮੈਂ ਢੇਰਤ ਬਾਰੰਬਾਰ।
ਦੁਰਮਤ ਮੇਰੀ ਦੂਰ ਨਿਕਾਰੋ, ਮੁਝੇ ਕਰ ਲੋ ਚਰਨ ਆਧਾਰੋ। ਹੁਣ ਦੇਖੋ ਜਦੋਂ ਹੋਸ਼ ਆਉਂਦੀ ਹੈ ਨਾ ਤੇ ਫਿਰ ਪਤਾ ਲੱਗਦਾ ਹੈ। ਬੇਹੋਸ਼ੀ ਦੇ ਵਿੱਚ ਸੁੱਤੇ ਪਿਆਂ ਕੋਈ ਐਕਸੀਡੈਂਟ ਹੋ ਜੇ, ਪਤਾ ਹੀ ਨਹੀਂ ਲੱਗਦਾ ਕਿ ਐਕਸੀਡੈਂਟ ਹੋਇਆ ਕਾਹਦੇ ਨਾਲ ਹੈ, ਸੱਟ ਲੱਗੀ ਕਿੱਥੋਂ ਹੈ। ਜਦੋਂ ਹੋਸ਼ 'ਚ ਹੋਵੇ ਫਿਰ ਪਤਾ ਲੱਗਦਾ ਹੈ ਕਿ ਬਈ ਕੀ ਵਜ੍ਹਾ ਕੀ ਸੀ, ਕਿੱਥੋਂ ਮਾਰ ਪੈਂਦੀ ਪਈ ਹੈ। ਹੋਸ਼ ਕਿਸ ਤਰ੍ਹਾਂ ਹੁੰਦੀ ਹੈ? ਜਦੋਂ ਸਤਿਗੁਰੂ ਦੀ ਦਇਆ ਕਿਰਪਾ ਕਰਨ, ਉਹਨਾਂ ਦੇ ਬਚਨਾਂ ਰਾਹੀਂ ਹੀ ਇਹਦੇ ਅੰਦਰ ਉਹ ਜਾਗ ਆਉਂਦੀ ਹੈ। ਇਹ ਦੇਖਦਾ ਹੈ ਕਿ ਬਈ ਕਿਹੜੀ ਜਗ੍ਹਾ ਤੋਂ ਮਾਰ ਪਈ। ਕਿ ਸਤਿਗੁਰੂ ਦੀ ਕਿਰਪਾ ਹੈ, ਸਭ ਕੁਛ ਉਹ ਬਖਸ਼ਦੇ ਨੇ, ਸਾਰੀਆਂ ਦਾਤਾਂ ਦਿੰਦੇ ਨੇ। ਕਿਉਂਕਿ ਉਹਨਾਂ ਨੇ ਫਰਮਾਇਆ ਜੋ ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਜਦੋਂ ਸਭ ਕੁਛ ਦਿੰਦੇ ਨੇ, ਸਭ ਕੁਛ ਕਰਦੇ ਨੇ, ਤੇ ਫਿਰ ਵੀ ਘਾਟ ਕਿਉਂ ਰਹਿੰਦੀ ਹੈ? ਫਿਰ ਵੀ ਅੰਦਰ ਚੈਨ ਕਿਉਂ ਨਹੀਂ ਆਉਂਦਾ? ਅਸੀਂ ਕਹੀ ਵੀ ਜਾਂਦੇ ਹਾਂ, ਕਹਿੰਦੇ ਵੀ ਹਾਂ ਕਿ ਹਾਂ ਬਈ ਸਤਿਗੁਰਾਂ ਦੀ ਬੜੀ ਦਇਆ, ਜੋ ਜੋ ਮੰਗਦੇ ਆ ਉਹ ਮਿਲਦਾ ਹੈ। ਹਰ ਕੋਈ ਆਪਣੇ ਆਪਣੇ ਇਸ਼ਟ 'ਤੇ ਜੋ ਭਰੋਸਾ ਰੱਖ ਕੇ ਮਾਣ ਕਰਦਾ ਹੈ। ਪਰ ਫਿਰ ਕਿਹੜੀ ਵਜ੍ਹਾ ਇਹ ਐਸੀ ਕਿ ਜਿਹਦੇ ਨਾਲ ਇਹਦੇ ਅੰਦਰ ਉਹ ਪਰਮ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ? ਕਿਹੜੀ ਕੋਈ ਘਾਟ ਐਸੀ ਜਿਹਦੇ ਨਾਲ ਇਹਨੂੰ ਚੈਨ ਨਹੀਂ ਆਉਂਦਾ? ਹੁਣ ਜਦੋਂ ਹੋਸ਼ ਆ ਗਈ, ਉਹਨੂੰ ਪਤਾ ਲੱਗਾ ਕਿ ਬਈ ਮੈਂ ਮੰਗਣਾ ਕੀ ਹੈ, ਹੁਣ ਪੁਕਾਰ ਕੀ ਕਰਨੀ ਹੈ। ਪਹਿਲਾਂ ਤਾਂ ਪੁਕਾਰਾਂ ਕਰਦਾ ਹੈ ਜੀਵ ਦੁਨਿਆਵੀ, ਜਿੱਥੋਂ ਤੱਕ ਇਹਨੂੰ ਪਤਾ ਲੱਗਦਾ ਹੈ। ਜਿਹੜੀਆਂ ਚੀਜ਼ਾਂ ਦੀ ਅਸੀਂ ਕੀਮਤਾਂ ਜਾਣਦੇ ਹਾਂ, ਜਿੱਥੋਂ ਤੱਕ ਸਾਡੀ ਸਿਆਣਪ ਹੈ, ਜਿਸ ਤਰ੍ਹਾਂ ਸੋਨਾ ਚਾਂਦੀ ਹੀਰੇ ਮੋਤੀ, ਬਾਹਰ ਦਾ ਪਰਿਵਾਰ ਰਿਸ਼ਤੇਦਾਰ, ਜੋ ਜੋ ਵੀ ਸਾਨੂੰ ਆ, ਨੌਕਰੀਆਂ, ਸਾਰੀਆਂ ਚੀਜ਼ਾਂ ਵਿੱਚ ਆ ਜਾਂਦੀਆਂ ਨੇ। ਜੋ ਜੋ ਵੀ ਸਾਡੀ ਸਮਝ 'ਚ ਆਉਂਦਾ ਹੈ ਕਿ ਇੱਥੋਂ ਮੈਨੂੰ ਸੁੱਖ ਦੀ ਪ੍ਰਾਪਤੀ ਹੋ ਸਕਦੀ ਆ, ਅਸੀਂ ਉਹ ਚੀਜ਼ਾਂ ਮੰਗਦੇ ਹਾਂ ਉਹਦੇ ਕੋਲੋਂ। ਪਰ ਜਦੋਂ ਸਾਰੀਆਂ ਚੀਜ਼ਾਂ, ਇੱਕ ਟਾਈਮ ਐਸਾ ਹੁੰਦਾ ਹੈ ਜਦੋਂ ਸਾਡੇ ਕੋਲ ਸਾਰਾ ਕੁਛ ਹੁੰਦਾ ਹੈ, ਪਰ ਉਹ ਸੁੱਖ ਫਿਰ ਵੀ ਨਹੀਂ ਹੁੰਦਾ। ਫਿਰ ਵੀ ਅਸੀਂ ਰੋਂਦੇ ਹਾਂ, ਕੁਰਲਾਉਂਦੇ ਹਾਂ, ਅਤੇ ਫਿਰ ਆਉਂਦਾ ਹੈ ਕਿ ਬਈ ਕੁਛ ਨਾ ਕੁਛ ਤਾਂ ਚੀਜ਼ ਹੈਗੀ ਹੈ ਜਿਹੜੀ ਮੈਂ ਮਿਸ ਕਰ ਰਿਹਾ। ਔਰ ਜਦੋਂ ਸਤਿਗੁਰਾਂ ਦੇ ਵਚਨਾਂ ਰਾਹੀਂ ਸਮਝ ਆਈ ਅਤੇ ਕੀ ਕਿਹਾ, ਸਤਿਗੁਰੂ ਮੇਰੀ ਸੁਣੋ ਪੁਕਾਰ, ਮੈਂ ਟੇਰਤ ਬਾਰੰਬਾਰ। ਅਤੇ ਕੀ ਪੁਕਾਰ ਕੀਤੀ? ਦੁਰਮਤ ਮੇਰੀ ਦੂਰ ਨਿਕਾਰੋ, ਮੁਝੇ ਕਰ ਲੋ ਚਰਨ ਆਧਾਰੋ। ਕੁਛ ਹੋਰ ਨਹੀਂ ਮੰਗਿਆ। ਜਿਸ ਤਰ੍ਹਾਂ ਬਾਣੀ 'ਚ ਉਹਨੇ ਫਰਮਾਇਆ ਹੈ ਕਿ ਰਾਮਾ ਹਮ ਦਾਸਨ ਦਾਸ ਕਰੀਜੇ। ਬੇਨਤੀ ਕੀਤੀ ਪਰ ਕੋਈ ਸੰਸਾਰੀ ਕੋਈ ਚੀਜ਼ ਨਹੀਂ। ਹੁਣ ਕਿਹਾ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਓ। ਰਾਮਾ ਹਮ ਦਾਸਨ ਦਾਸ ਕਰੀਜੇ। ਫਿਰ ਅੱਗੇ ਇੱਕ ਹੋਰ ਬੇਨਤੀ ਕੀਤੀ, ਕਿਉਂਕਿ ਅਸੀਂ ਕਦੀ ਨਾ ਕਦੀ ਜ਼ਿੰਦਗੀ ਦੇ ਵਿੱਚ ਦਾਸ ਬਣਦੇ ਹਾਂ। ਕਿਤੇ ਨਾ ਕਿਤੇ ਜਦੋਂ ਅਸੀਂ ਜਾਂਦੇ ਹਾਂ, ਸਿਰ ਝੁਕਾਉਂਦੇ ਹਾਂ, ਮੱਥਾ ਟੇਕਦੇ ਹਾਂ, ਬੇਨਤੀ ਅਰਦਾਸ ਕਰਦੇ ਹਾਂ, ਅਤੇ ਕੋਈ ਦਾਸ ਬਣ ਕੇ, ਸੇਵਕ ਬਣ ਕੇ ਹੀ ਕਰਦੇ ਹਾਂ। ਪਰ ਦੂਸਰੇ ਪਲ ਹੀ ਕੀ ਹੁੰਦਾ ਹੈ, ਜਦੋਂ ਅਸੀਂ ਮੰਦਿਰ 'ਚੋਂ, ਮਸਜਿਦ 'ਚੋਂ, ਗੁਰਦੁਆਰੇ 'ਚੋਂ ਬਾਹਰ ਆਉਂਦੇ ਹਾਂ ਅਤੇ ਉਸੇ ਵੇਲੇ ਰੂਪ ਬਦਲ ਜਾਂਦਾ ਹੈ। ਸਤਸੰਗ ਦੇ ਵਿੱਚ ਬੈਠਿਆਂ ਬੜਾ ਸ਼ਾਂਤੀ ਲੱਗਦਾ ਹੈ। ਜਿਸ ਤਰ੍ਹਾਂ ਪੱਥਰ ਜਦੋਂ ਤੱਕ ਪਾਣੀ 'ਚ ਰਹਿੰਦਾ, ਇੱਦਾਂ ਲੱਗਦਾ ਹੈ ਕਿ ਬਿਲਕੁਲ ਤਰ ਹੋ ਗਿਆ ਹੈ, ਪਾਣੀ ਇਹਦੇ ਅੰਦਰ ਤੱਕ ਚਲਾ ਗਿਆ, ਸਮਾ ਗਿਆ ਹੈ। ਪਰ ਬਾਹਰ ਕੱਢੋ ਫਿਰ ਸੁੱਕੇ ਦਾ ਸੁੱਕਾ। ਇਸੇ ਤਰ੍ਹਾਂ ਜਦੋਂ ਤੱਕ ਅਸੀਂ ਉਹਦੇ ਵਿੱਚ ਹੁੰਦੇ ਹਾਂ ਅਤੇ ਲੱਗਦਾ ਹੈ ਕਿ ਬੜੀ ਦਇਆ ਹੈ, ਬੜੀ ਕਿਰਪਾ ਹੈ। ਪਰ ਜਰਾ ਜਿਹਾ ਉਹ ਤੋਂ ਬਾਹਰ ਆਏ ਅਤੇ ਮਨ ਫਿਰ ਉਹੀ ਸ਼ੈਤਾਨੀਆਂ, ਉਹੀ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਕੀ ਫਰਮਾਇਆ ਉਹਨਾਂ ਨੇ ਕਿ ਦੁਰਮਤ ਮੇਰੀ ਦੂਰ ਨਿਕਾਲੋ। ਕਿ ਸਤਿਗੁਰੂ ਜੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕੀ ਕਰ ਰਿਹਾ ਹੈ, ਮੈਂ ਕੋਈ ਦੁਨੀਆ ਦੀਆਂ ਚੀਜ਼ਾਂ ਨਹੀਂ ਮੰਗ ਰਿਹਾ। ਮੈਂ ਬੇਨਤੀ ਕਰ ਰਿਹਾ, ਫਰਿਆਦ ਪੁਕਾਰ ਕਰ ਰਿਹਾ ਹੈ ਕਿ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਓ। ਕੀ ਕਿਹਾ ਕਿ ਦੁਰਮਤ ਮੇਰੀ ਦੂਰ ਨਿਕਾਰੋ, ਮੁਝੇ ਕਰ ਲੋ ਚਰਨ ਆਧਾਰੋ। ਕਿ ਮੇਰੀ ਬੇਨਤੀ ਸੁਣੋ, ਮੇਰੀ ਦੁਰਮਤ ਦੂਰ ਕਰ ਦਿਓ। ਦੁਨੀਆ ਦੇ ਵਿੱਚ ਜਿਹੜਾ ਵੀ ਕੋਈ ਦੁਖੀ ਹੈ, ਉਹ ਕਿਤੇ ਨਾ ਕਿਤੇ ਆਪਣੇ ਵਿਚਾਰਾਂ ਕਰਕੇ, ਉਸ ਦੁਰਮਤ ਕਰਕੇ ਹੀ ਦੁਖੀ ਹੈ। ਜਦੋਂ ਉਹ ਚੀਜ਼ ਬਦਲੇਗੀ ਤਾਂ ਬਈ ਇਹਨੂੰ ਸੁੱਖ ਮਿਲੇਗਾ, ਚੈਨ ਮਿਲੇਗਾ। ਅਤੇ ਬੇਨਤੀ ਕੀਤੀ ਹੈ ਕਿ ਮੇਰੀ ਜਿਹੜੀ ਮੱਤ ਜਿਹੜੀ ਮੈਨੂੰ ਤੁਹਾਡੇ ਚਰਨਾਂ ਤੋਂ ਦੂਰ ਕਰਦੀ ਹੈ, ਜਿਹੜਾ ਮੈਨੂੰ ਵਾਰ-ਵਾਰ ਮਨ ਦੇ ਚਪੇਟੇ 'ਚ ਲੈ ਆਉਂਦੀ ਹੈ, ਵਾਰ-ਵਾਰ ਮੈਂ ਭੁੱਲ ਕੇ ਕਰਮ ਐਸੇ ਕਰਦਾ ਹੈ। ਕਿਉਂਕਿ ਇਹ ਕਾਲ ਦੀ ਨਗਰੀ ਹੈ, ਕਰਮ ਦਾ ਦੇਸ਼ ਹੈ। ਉਹਨੇ ਫਰਮਾਇਆ ਕਰਮ ਤੂੰ ਜੋ ਜੋ ਵੀ ਕਰੇਗਾ ਉਹ ਭੋਗਣਾ ਪੜਨਾ। ਮਹਾਤਮਾ ਬੁੱਧ ਜੀ ਨੇ ਵੀ ਕਿਹਾ ਕਿ ਕਰਮ ਹੀ ਜਿਹੜਾ ਆ ਭਗਵਾਨ ਹੈ। ਕਹਿੰਦੇ ਤੁਸੀਂ ਕਿਸੇ ਕੋਲ ਨਾ ਡਰੋ, ਆਪਣੇ ਕਰਮ ਤੋਂ ਡਰੋ। ਉਹਨੂੰ ਫਰਮਾਇਆ ਕਰਮ ਪ੍ਰਧਾਨ ਵਿਸ਼ਵ ਰਚ ਰਾਖਾ, ਜੋ ਜਸ ਕਰਮ ਕੀਨ ਉਹ ਤਸ ਫਲ ਚਾਖਾ। ਇਹਦਾ ਮਤਲਬ ਕਿ ਕੋਈ ਸਾਨੂੰ ਜੋ ਵੀ ਚੀਜ਼ਾਂ ਹੋ ਰਹੀਆਂ ਨੇ, ਕਿਸੇ ਦੀ ਕੀਤੀਆਂ ਨਹੀਂ ਹੋ ਰਹੀਆਂ,
ਆਪਣੇ ਹੀ ਕੋਈ ਨਾ ਕੋਈ ਕਰਮ ਨੇ ਜਿਹੜੇ ਸਾਡੇ ਅੱਗੇ ਜਦੋਂ ਆਉਂਦੇ ਨੇ ਫਿਰ ਅਸੀਂ ਦੁੱਖ ਮਹਿਸੂਸ ਕਰਦੇ ਹਾਂ। ਇਸ ਕਰਕੇ ਸਤਸੰਗ ਦੇ ਵਿੱਚ, ਬਾਣੀ ਦੇ ਵਿੱਚ ਸਾਨੂੰ ਕੀ ਕਹਿੰਦੇ ਨੇ, ਸਾਡੇ ਕਰਮਾਂ ਨੂੰ ਬਦਲਦੇ ਨੇ। ਇੱਕ ਤਾਂ ਪੁਰਾਣੇ ਕਰਮ ਨੇ ਜਿਹੜੇ ਪ੍ਰਾਰਬਧ ਜਿਹੜੇ ਨੇ, ਇੱਕ ਜਿਹੜੇ ਹੁਣ ਜਿਹੜੇ ਅਸੀਂ ਕਰਮ ਕਰ ਰਹੇ ਹਾਂ, ਜੋ ਕੀਤੇ ਨੇ ਉਹ ਤਾਂ ਚੱਲ ਹੀ ਰਿਹਾ ਹੈ। ਪਰ ਜੇ ਅਸੀਂ ਜਿਸ ਤਰ੍ਹਾਂ ਕੋਈ ਅਪਰਾਧੀ ਜਿਹੜਾ ਹੈ, ਜਦੋਂ ਉਹਨੂੰ ਕੋਈ ਅਪਰਾਧ ਕਰਦਾ ਹੈ, ਜੇਲ੍ਹ 'ਚ ਡੱਕ ਦਿੱਤਾ ਜਾਂਦਾ ਹੈ, ਅਤੇ ਜਦੋਂ ਜੇਲ੍ਹ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇਹਦਾ ਵਿਵਹਾਰ ਬਹੁਤ ਵਧੀਆ ਹੈ, ਇਹਨੂੰ ਆਪਣੀ ਗਲਤੀ ਮਹਿਸੂਸ ਹੋ ਰਹੀ ਹੈ, ਇਹ ਤੜਪ ਰਿਹਾ ਹੈ, ਇਹ ਹੁਣ ਫਰਿਆਦ ਪੁਕਾਰ ਕਰਦਾ ਹੈ, ਅਤੇ ਜਿਹੜੀ ਸਜ਼ਾ ਵੀ ਆ ਉਹਦੀ ਘੱਟ ਹੋ ਜਾਂਦੀ ਹੈ, ਸਜ਼ਾ ਘੱਟ ਕਰ ਦਿੱਤੀ ਜਾਂਦੀ ਹੈ। ਕਈ ਕੁਛ ਉਹਨੂੰ ਜਿਹੜੀਆਂ ਤੰਗੀਆਂ ਹੁੰਦੀਆਂ ਉਹ ਕਰ ਦਿੰਦੇ ਮਾਂ। ਇਸ ਕਰਕੇ ਅਸੀਂ ਕਾਲ ਦੇ ਦੇਸ਼ 'ਚ, ਪਰ ਜਦੋਂ ਅਸੀਂ ਉਹਨਾਂ ਦੇ ਸਤਿਗੁਰਾਂ ਦੇ ਵਚਨਾਂ 'ਤੇ ਚੱਲ ਕੇ ਵਾਕਈ ਹੀ ਉਸ ਚੀਜ਼ ਦਾ ਪਛਤਾਵਾ ਕਰਦੇ ਹਾਂ ਅਤੇ ਉਹਨਾਂ ਦੀ ਦਇਆ ਕਿਰਪਾ ਦੇ ਨਾਲ ਬਹੁਤ ਇੱਥੇ ਫਰਕ ਪੈ ਜਾਂਦਾ ਹੈ। ਅਤੇ ਬੇਨਤੀ ਕੀ ਕੀਤੀ, ਦੁਰਮਤ ਮੇਰੀ ਦੂਰ ਨਿਕਾਰੋ, ਮੁਝੇ ਕਰ ਲੋ ਚਰਨ ਆਧਾਰੋ। ਮੈਨੂੰ ਆਪਣੇ ਚਰਨਾਂ ਦਾ ਆਧਾਰ ਬਖਸ਼ੋ, ਮੈਨੂੰ ਆਪਣੇ ਚਰਨਾਂ ਦਾ ਪ੍ਰੇਮ ਬਖਸ਼ ਦਿਓ। ਬਾਣੀ 'ਚ ਫਰਮਾਇਆ ਕਿ ਨਾਨਕ ਦੁਖੀਆ ਸਭ ਸੰਸਾਰ, ਪਰ ਨਾਲ ਹੀ ਇੱਕ ਹੋਰ ਗੱਲ ਕੀਤੀ ਕਿ ਬਈ ਦੁੱਖ ਤਾਂ ਹੈਗੇ ਆ, ਅਤੇ ਦੁੱਖਾਂ ਤੋਂ ਬਚਣ ਵਾਸਤੇ ਕੀ ਕਰਨਾ ਹੈ। ਸਤਿਗੁਰੂ ਸਾਨੂੰ ਇਕੱਲਾ ਸਵਾਲ ਹੀ ਨਹੀਂ, ਜਵਾਬ ਵੀ ਦੱਸਦੇ ਨੇ, ਫਰਮਾਉਂਦੇ ਨੇ ਨਾਨਕ ਦੁਖੀਆ ਸਭ ਸੰਸਾਰ, ਫਿਰ ਨਾਲ ਹੀ ਫਰਮਾਇਆ ਕਿ ਸੋ ਸੁਖੀਆ ਜੋ ਨਾਮ ਆਧਾਰ। ਅਸੀਂ ਜਦੋਂ ਤੱਕ ਜਿਹੜੀ ਚੀਜ਼ ਦਾ ਆਧਾਰ, ਹੁਣ ਬੰਦੇ ਨੂੰ ਕੀ ਚਾਹੀਦਾ ਹੈ, ਜਿਹੜੀ ਚੀਜ਼ ਇਹ ਸ਼ੁਰੂ ਤੋਂ ਖਾਂਦਾ ਕਰਦਾ ਪਹਿਨਦਾ ਹੈ, ਜਦੋਂ ਤੱਕ ਇਹਨੂੰ ਉਹ ਨਹੀਂ ਮਿਲੇਗੀ ਕਿਸ ਤਰ੍ਹਾਂ ਬਣੇਗੀ। ਹੁਣ ਸੁਰਤ ਨੂੰ ਨਾਮ ਦਾ ਆਧਾਰ ਸੀ, ਸੁਰਤ ਉੱਥੇ ਆਪਣੇ ਸਤਲੋਕ ਦੇ ਵਿੱਚ, ਸੱਚਖੰਡ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ, ਉੱਥੇ ਕੋਈ ਰੋਟੀਆਂ ਨਹੀਂ ਖਾਂਦੀ, ਉੱਥੇ ਕੋਈ ਸੋਨਾ ਚਾਂਦੀ ਨਹੀਂ ਪਹਿਨਦੀ, ਉੱਥੇ ਇਸ ਤਰ੍ਹਾਂ ਦਾ ਬਾਹਰਲਾ ਨਹੀਂ, ਉਸ ਕੋਈ ਵੀ ਬਾਹਰ ਦੀ ਕੋਈ ਚੀਜ਼ ਹੈਗੀ। ਪਰ ਉਹ ਜਿਹੜੀ ਚੀਜ਼ ਹੈ ਨਾ ਸਾਨੂੰ ਪਤਾ ਹੋਣ, ਅਸੀਂ ਇੱਥੇ ਆ ਕੇ ਜੋ ਸਾਡਾ ਅੱਖਾਂ ਖੁੱਲ੍ਹਦੀਆਂ ਨੇ, ਸਾਨੂੰ ਇਹ ਚੀਜ਼ਾਂ ਲਵਾਉਂਦੀਆਂ ਨੇ। ਔਰ ਸਤਿਗੁਰੂ ਇਹ ਵੀ ਨਹੀਂ ਕਹਿੰਦੇ ਕਿ ਕੁਛ ਨਾ ਕਰਿਓ, ਕਹਿੰਦੇ ਜੋ ਮਰਜ਼ੀ ਕਰੋ। ਪਰ ਜਿਸ ਤਰ੍ਹਾਂ ਫਰਮਾਇਆ ਹੱਥ ਕਾਰ ਵੱਲ ਚਿੱਤ ਯਾਰ ਵੱਲ, ਜੋ ਮਰਜ਼ੀ ਕਰੀਏ। ਜੀਣ ਦੀ ਇੱਕ ਜਾਚ ਦੱਸਦੇ ਨੇ, ਢੰਗ ਦੱਸਦੇ ਨੇ। ਬਾਣੀ 'ਚ ਫਰਮਾਇਆ ਜੈਸੇ ਜਲ ਮੇ ਕਮਲ ਨਿਰਾਲਮ, ਕਮਲ ਦਾ ਫੁੱਲ ਪਾਣੀ ਦੇ ਵਿੱਚ ਹੀ ਰਹਿੰਦਾ, ਚੱਕੜ ਦੇ ਵਿੱਚ ਹੀ ਰਹਿੰਦਾ ਹੈ, ਜੜ੍ਹਾਂ ਉਹਦੀਆਂ ਵਿੱਚ ਹੁੰਦੀਆਂ, ਖੁਰਾਕ ਉੱਥੋਂ ਹੀ ਲੈਂਦਾ ਹੈ, ਪਰ ਫਿਰ ਵੀ ਵੱਖਰੇ ਦਾ ਵੱਖਰਾ ਰਹਿੰਦਾ ਹੈ। ਕਿਹਾ ਕਿ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਨੇ। ਹੁਣ ਜਦੋਂ ਤੱਕ ਅਸੀਂ ਮੱਥਾ ਟੇਕ ਲਵਾਂਗੇ, ਪੈਸੇ ਚੜਾ ਲਵਾਂਗੇ, ਪ੍ਰਸ਼ਾਦ ਲੈ ਲਵਾਂਗੇ, ਸਭ ਕੁਝ ਕਰ ਲਵਾਂਗੇ, ਪਰ ਜਦੋਂ ਤੱਕ ਅਸੀਂ ਉਹਦਾ ਕਹਿਣਾ ਨਹੀਂ ਮੰਨਾਂਗੇ। ਹੁਣ ਡਾਕਟਰ ਕੋਲ ਚਲੇ ਜਾਈਏ, ਕੋਈ ਬਹੁਤ ਸਿਆਣਾ ਡਾਕਟਰ ਹੈ, ਸਾਨੂੰ ਪ੍ਰੋਬਲਮ ਹੈ, ਅਸੀਂ ਉਹਨਾਂ ਕੋਲ ਜਾਂਦੇ ਹਾਂ, ਅਸੀਂ ਸਾਰੇ ਡਾਕਟਰ ਵਧੀਆ ਲੱਭਦੇ ਹਾਂ, ਅਸੀਂ ਸਾਰੇ ਡਾਕਟਰ ਵਧੀਆ ਲੱਭਦੇ ਹਾਂ, ਕੋਈ ਡਾਕਟਰ ਐਸਾ ਮਿਲੇ ਜਿਹੜਾ ਮੇਰਾ ਰੋਗ ਦੂਰ ਹੋ ਜਾਵੇ। ਪਰ ਉਹ ਵੀ ਲੱਭਦੇ ਨੇ ਕਿ ਕੋਈ ਮਰੀਜ਼ ਐਸਾ ਵਧੀਆ ਮਿਲ ਜੇ ਕਿ ਜਿਹੜਾ ਮੰਨ ਕੇ ਸਭ ਕੁਛ ਅਤੇ ਉਹ ਹੋਵੇ, ਅਤੇ ਬਈ ਉਹਦੇ ਕਰਕੇ ਇਹਦੀ ਵੀ ਉਸਤਤ ਹੋਵੇ। ਜੇ ਅਸੀਂ ਡਾਕਟਰ ਕੋਲ ਜਾ ਕੇ ਫੀਸ ਦੇ ਦਈਏ, ਉਹਦੀ ਫੀਸ ਦੇ ਦਈਏ, ਬੜਾ ਉਹਦਾ ਆਦਰ ਕਰੀਏ, ਰਿਸਪੈਕਟ ਕਰੀਏ, ਉਹਦੇ ਪੈਰੀ ਹੱਥ ਵੀ ਲਾਈਏ, ਉਹਦੇ ਗਲਾਂ 'ਚ ਹਾਰ ਵੀ ਪਾ ਦਈਏ, ਸਭ ਕੁਝ ਕਰੀਏ, ਬੜੀ ਉਹਦਾ ਗੁਣਗਾਨ ਵੀ ਕਰੀਏ, ਪਰ ਨਾ ਉਹਦੀ ਦੱਸੀ ਦਵਾਈ ਖਾਈਏ, ਨਾ ਅਸੀਂ ਉਹਦੇ ਦੱਸੇ ਦੇ ਪਰਹੇਜ਼ ਕਰੀਏ, ਅਤੇ ਕੀ ਆਰਾਮ ਆਏਗਾ? ਆਰਾਮ ਨਹੀਂ ਆਉਂਦਾ। ਫਿਰ ਕੁਛ ਟਾਈਮ ਬਾਅਦ ਹੌਲੀ ਹੌਲੀ ਕਰਦਿਆਂ, ਜਿਸ ਜਵਾਨ ਨਾਲ ਅਸੀਂ ਉਸਤਤ ਕਰਦੇ ਹਾਂ, ਜਿਸ ਜਵਾਨ ਨਾਲ ਕਰਦੇ ਹਾਂ, ਹੌਲੀ ਹੌਲੀ ਫਿਰ ਘਟਣੀ ਸ਼ੁਰੂ ਹੋ ਜਾਂਦੀ ਹੈ। ਆਰਾਮ ਆਪਣੇ ਕੰਮ ਕਰਕੇ ਨਹੀਂ ਆਉਂਦਾ, ਦੋਸ਼ ਅਸੀਂ ਉਹਨੂੰ ਦੇਣਾ ਸ਼ੁਰੂ ਕਰ ਦਿੰਦੇ ਹਾਂ। ਇਸ ਲਈ ਫਰਮਾਉਂਦੇ ਨੇ ਕਿ ਸਤਿਗੁਰੂ ਜੀ ਦੁਰਮਤ ਮੇਰੀ ਦੂਰ ਨਿਕਾਰੋ, ਮੈਨੂੰ ਆਪਣੇ ਚਰਨਾਂ ਦਾ ਆਧਾਰ ਬਖਸ਼ੋ। ਠੀਕ ਹੈ, ਕੰਮ ਕਾਰ ਸਾਰੇ ਨੇ ਕਰਨੇ, ਤੁਸੀਂ ਕਰਦੇ ਹੀ ਪਏ ਹੋ। ਜਦੋਂ ਅਸੀਂ ਜਨਮ ਲਿਆ, ਸਾਨੂੰ ਉਦੋਂ ਕਿੰਨੀ ਕੁ ਅਕਲ ਸੀ, ਕਿੰਨਾ ਕੁ ਦਿਮਾਗ ਸੀ ਕਿ ਜਦੋਂ ਅਸੀਂ ਆਏ ਸਾਂ ਇੱਥੇ, ਅਤੇ ਕੀ ਅਸੀਂ ਪਹਿਲਾਂ ਆਪਣਾ ਇੰਤਜ਼ਾਮ ਕਰ ਲਿਆ ਸੀ? ਜਿਸ ਤਰ੍ਹਾਂ ਅਸੀਂ ਕੋਈ ਸਫ਼ਰ 'ਤੇ ਜਾਣਾ ਹੋਵੇ, ਕਿਸੇ ਪਾਸੇ ਸਫ਼ਰ 'ਤੇ ਜਾਂਦੇ ਹਾਂ, ਅਤੇ ਪਹਿਲਾਂ ਇੰਤਜ਼ਾਮ ਕਰਦੇ ਹਾਂ ਨਾ, ਕਿ ਅਸੀਂ ਫਲਾਣੇ ਪਾਸੇ ਜਾ ਰਹੇ ਹਾਂ, ਬੱਸ 'ਤੇ ਜਾਣਾ ਹੈ, ਫਲਾਈਟ 'ਤੇ ਜਾਣਾ ਹੈ, ਟ੍ਰੇਨ 'ਤੇ ਜਾਣਾ ਹੈ, ਉੱਥੇ ਕਿੰਨਾ ਅਸੀਂ ਰਸਤਾ ਹੈ ਅਸੀਂ ਪਹਿਲਾਂ ਸਾਰਾ ਜਾਣ ਲੈਂਦੇ ਹਾਂ, ਕਿੰਨਾ ਟਾਈਮ ਲੱਗੇਗਾ। ਜੇ ਸਰਦੀਆਂ ਦਾ ਟਾਈਮ ਹੈ, ਸਾਨੂੰ ਉੱਥੇ ਕੋਈ ਕੱਪੜਾ ਮਿਲ ਜਾਏਗਾ, ਸਾਨੂੰ ਰਸਤੇ 'ਚ ਭੋਜਨ ਮਿਲੇਗਾ, ਸਭ ਕੁਝ ਕਰਕੇ ਚੱਲਦੇ ਹਾਂ। ਪਰ ਜਦੋਂ ਇੱਥੇ ਜਨਮ ਲਿਆ, ਇੱਥੇ ਸੰਸਾਰ ਦੇ ਵਿੱਚ ਸੁਰਤ ਆਈ, ਅਤੇ ਇਹਨੂੰ ਕੀ ਪਤਾ ਸੀ ਇਹਨੇ ਕਿਹੜਾ ਇੰਤਜ਼ਾਮ ਕੀਤਾ ਸੀ। ਪਰ ਉਸ ਮਾਲਕ ਨੇ ਇਹਨੂੰ ਭੇਜਣ ਤੋਂ ਪਹਿਲਾਂ ਹੀ ਉਹਦਾ ਇੰਤਜ਼ਾਮ ਕਰ ਦਿੱਤਾ।
ਜਦੋਂ ਤੱਕ ਇਹਨੂੰ ਹੋਸ਼ ਨਹੀਂ ਪੂਰੀ ਹੁੰਦੀ, ਕੋਈ ਨਾ ਕੋਈ ਚੀਜ਼ ਇਹਨੂੰ ਮਿਲਦੀ ਰਹਿੰਦੀ, ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁੰਦੀ ਰਹਿੰਦੀ ਹੈ। ਅਸੀਂ ਸ਼ਬਦ ਬੋਲਦੇ ਹਾਂ ਕਿ ਪੱਥਰਾਂ ਵਿੱਚ ਕੀੜੇ ਪਾਲੇ ਆ। ਬੜੇ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਪਾਣੀਆਂ ਦੇ ਵਿੱਚ ਅਸੀਂ ਐਸੇ ਜੀਵ ਦੇਖਦੇ ਹਾਂ, ਉਹਨਾਂ ਨੂੰ ਉਹ ਰਿਜ਼ਕ ਕੌਣ ਦੇ ਰਿਹਾ ਹੈ? ਲੇਕਿਨ ਅਸੀਂ ਰਿਜ਼ਕ ਉਹ ਦਿੰਦਾ ਹੈ, ਜ਼ਰੂਰਤਾਂ ਪੂਰੀਆਂ ਕਰਦਾ ਹੈ, ਪਰ ਜ਼ਰੂਰਤਾਂ ਤੋਂ ਹਟ ਕੇ ਅਸੀਂ ਖਵਾਹਿਸ਼ਾਂ ਆਪਣੀਆਂ ਵਧਾ ਲਈਆਂ। ਖਵਾਹਿਸ਼ ਜਿਹੜੀ ਹੈ ਉਹ ਦੁਖੀ ਕਰ ਰਹੀ ਹੈ। ਮਾਲਕ ਨੇ ਜ਼ਰੂਰਤ ਤੇ ਪੂਰੀ, ਹੁਣ ਬੱਚਾ ਹੀ ਹੈ, ਬੱਚੇ ਦਾ ਪਿਤਾ ਜਿਹੜਾ ਆ, ਮਾਤਾ ਪਿਤਾ ਆ, ਉਹਨੂੰ ਸਭ ਕੁਝ ਦਿੰਦੇ ਨੇ, ਪਰ ਹੁਣ ਜੋ ਉਹਨੇ ਰੋਟੀ ਖਾਣੀ ਹੈ, ਜੋ ਉਹਨੇ ਸਕੂਲ 'ਚ ਵਧੀਆ ਜਾਣਾ ਹੈ, ਜੋ ਜੋ ਚੀਜ਼ਾਂ ਨੇ, ਲੇਕਿਨ ਉਹ ਖਵਾਹਿਸ਼ ਆਪਣੀ ਵਧਾਈ ਜਾਵੇ ਕਿ ਮੈਂ ਤਾਂ ਹਜੇ ਨਰਸਰੀ ਕਲਾਸ 'ਚ ਪੜ੍ਹਦਾ, ਕਹਿੰਦਾ ਮੈਂ ਤਾਂ ਫਲਾਣੀ ਕਾਰ 'ਚ ਜਾਵਾਂਗਾ, ਮੈਨੂੰ ਤਾਂ ਆਹ ਚੀਜ਼ ਲੈ ਕੇ ਦੇਵੋ, ਆਹ ਚੀਜ਼ ਲੈ ਕੇ ਦੇਵੋ। ਅਤੇ ਉਹ ਕੀ ਹੈ? ਦੁਖੀ ਹੋਣ ਵਾਲੇ ਕੰਮ। ਜ਼ਰੂਰਤਾਂ ਸਤਿਗੁਰ ਪੂਰੀਆਂ ਕਰਦੇ ਨੇ, ਕਿਸੇ ਦੀਆਂ ਵੀ ਨਹੀਂ। ਕੋਈ ਵੀ ਜੀਵ ਐਸਾ ਨਹੀਂ ਹੱਥ ਕਰਕੇ ਕਹਿ ਸਕਦਾ ਕਿ ਹਾਂ ਵੀ ਮੇਰੀ ਜ਼ਰੂਰਤ ਨਹੀਂ ਪੂਰੀ ਹੈ, ਪਰ ਨਾਲ ਉਹ ਦਿਆ ਕਰਕੇ ਕੋਈ ਕਰਮਾਂ ਦਾ ਭੁਗਤਾਨ ਹੈ। ਉਹਨੇ ਬਾਣੀ 'ਚ ਫਰਮਾਇਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਵਿਛੜੇ ਆ ਇਸ ਕਰਕੇ ਦੁਖੀ ਆ, ਜਦੋਂ ਮਿਲਾਂਗੇ ਤਾਂ ਬਈ ਸੁੱਖ ਹੋ ਜਾਏਗਾ। ਅਤੇ ਬੇਨਤੀ ਕੀਤੀ, ਮੁਝੇ ਕਰ ਲਓ ਚਰਨ ਆਧਾਰੋ, ਕਿ ਮੈਨੂੰ ਆਪਣੇ ਚਰਨਾਂ ਦਾ ਆਧਾਰ ਬਖਸ਼ੋ, ਚਰਨਾਂ ਦਾ ਪਿਆਰ ਭਰੋਸਾ ਬਖਸ਼ ਦਿਓ। ਬਾਕੀ ਤਾਂ ਸਭ ਕੁਝ ਦਿਆ ਕੀਤੀ ਹੈ ਤੁਸੀਂ, ਪਰ ਮੇਰੀ ਦੁਰਮਤ ਕਰਕੇ ਮੇਰਾ ਭਰੋਸਾ ਨਹੀਂ ਵੱਝਦਾ ਪੂਰਾ। ਮੇਰੇ ਅੰਦਰ ਦੁਨੀਆ ਦੀਆਂ ਚੀਜ਼ਾਂ, ਹਰ ਚੀਜ਼ ਦੀ ਚਾਹ ਹੈਗੀ ਏ, ਪਰ ਤੁਹਾਡੇ ਚਰਨਾਂ ਦੀ ਚਾਹ ਨਹੀਂ ਹੈਗੀ, ਤੁਹਾਡੇ ਨਾਲ ਪਿਆਰ ਨਹੀਂ ਹੈਗਾ। ਔਰ ਜਦੋਂ ਤੱਕ ਉਹ ਗੱਲ ਨਹੀਂ ਬਣੇਗੀ, स्वामी जी ने फरमाया, प्रेमी सुनो प्रेम की बात, सेवा करो प्रेम से गुरु की, और दर्शन पर बल बल जात। फिर उन्होंने फरमाया है, हुण गल आ जाती है, जिस तरह असीं सारे बैठे हैं, ध्यान नहीं ना, मैं हुणे पहलां बेनती की सी कि ध्यान लगा के, क्यों क्या, क्यों सब तो पहलां इहो हर जगह बेनती करदा कि ध्यान, क्योंकि कई बार इस तरह हुंदा है कि असीं सत्संग दे विच हाज़र तां हुंदे हां, पर ध्यान किते ना किते होर चला जाता है। तो उन्होंने फरमाया कि हुण असी काहदे वास्ते असी आए हैं? सत्संग सुनते हैं, बाणी पढ़ते हैं, पाठ करते हैं, जो भी करते हैं, मतलब की है असी सतगुरां दे बाणी वचन जो भी है, पर जदों तक सानू अच्छे नहीं लगणगे, हुण असी इत्थे बैठे हैं, चलो अपनी अपनी हर एक दी ख्वाहिश अलग अलग हुंदी है। किसी का तन दुखी है, किसी का मन दुखी है, किसी को धन नहीं है, किसी को बच्चे नहीं है, किसी की नौकरी चले गई है, किसी की नौकरी छुट्टन वाली है, कोई ना कोई फिक्र टेंशन लगियां ने, हर पासे ना किते ध्यान जाता है। लेकिन जिस तरह के भी, मान लो असी कोई बिजनस मीटिंग करते हैं, असी सारे जने किते जाते हैं, उत्थे दसिया जाए, क्योंकि अज हर एक असी तुसी किसी भी चैनल देखो, कुछ ना कुछ पैसे कमाने के तरीके किस तरह वधाए जाण, की कीता जाए, की करिए, बड़ा कुछ हुंदा है, हर कोई उसनूं चाहुंदा है। हुण जे असी कोई जो मन नूं अच्छा लगता है, जो विषय अच्छा लगता है, उहदी गल करांगे, तो चाहे असी 2 घंटे 4 घंटे असी पार्टियां अटेंड करते हैं, कई कुछ करते हैं, फिल्म देखण जाते हैं, फिल्म कोई भी 2-2.5 घंटे तो घट नहीं होंदी। कोई ऐसा हैगा कि कभी फिल्म दे विच कोई साडा कोई ध्यान भटकदा होवे, कोई चीज़ हुंदी होवे, बड़े टेक के उत्थे बैठते हैं, तो कई बार असीं कहने बड़ी जल्दी खत्म हो गई फिल्म। हुण वो काहदे वास्ते कि जो दुनिया दी चीज़ां दा पता है, साडा ध्यान उत्थे है, प्यार उत्थे है, जिथे प्यार होएगा वो चीज़ चंगी। बच्चा अपना प्यारा हुंदा है ना, प्यारा हुंदा है, वो जिस तरह का मर्जी होवे, काला होवे, गोरा होवे, छोटा होवे, वड्डा होवे, जो मर्जी होवे, बच्चा अपना प्यारा लगता है, क्योंकि उहदे नाल प्रेम है। तो उन्होंने फरमाया, बचन गुरु के मतलब काहदे विच उन्होंने कहा कि किस तरह के लगन, जस माता सुत तोतरी बात। जिस तरह माँ नूं अपने बच्चे नाल प्यार हुंदा है ना, तो बच्चा कोई भी तोतलियां मोतलियां गल्लां करदा है, कुछ भी बोलदा है, माँ उहदा कोई ना कोई अर्थ बनाई जाती है। हाँ ये रोटी मंगदा पिया है, ये माँ कहंदा पिया है, या कहंदा पिया है, वो कहंदा पिया है, उहनूं भावें पता भी ना होवे। क्यों? क्योंकि उहदे नाल प्यार है, उहदियां छोटी छोटी चीज़ां नूं भी कोई ना कोई पॉजिटिव लै लैंदी है। तो जदों साडा प्यार नहीं हुंदा, फिर वो गल नहीं बनदी। तो उन्होंने फरमाया, बचन प्यारे गुर के ऐसे, जिस माता संग तोतरी बात, खाते पीते चलते फिरते सोवत जागत विसरना जात। हर वेले उन्होंने याद रखना है, मतलब मन के विच प्यार जिहड़ा बनया रहे। तो उन्होंने फरमाया कि ऐसा मैनूं अपने चरनां दा आधार बख्श दो कि मैनूं होर कुछ मिले ना मिले, पर मेरे अंदर ये तड़फ लगी रहे कि मैनूं उन्हां दे चरनां की प्राप्ति हो जाए, मैनूं उन्हां दा प्यार प्राप्त हो जाए। हाँ जी बेटी।
ਦੁਰਮਤ ਮੇਰੀ ਦੂਰ ਨਿਕਾਰੋ, ਮੁਝੇ ਕਰ ਲੋ ਚਰਨ ਧਾਰੋ, ਮੋਹਿ ਭਉ ਜਲ ਪਾਰ ਤਾਰੋ, ਮੇਰੀ ਪੜੀ ਨਾਉ ਮਾਂਝਦਾਰੋ, ਤੁਮ ਬਿਨ ਅਬ ਕੋਇ ਨਾ ਸਹਾਰੋ, ਆਪਣਾ ਕਰ ਮੁਝੇ ਸਮਾਰੋ, ਮੈਂ ਕਪਟੀ ਕੁਟਲ ਤਮਾਰੋ, ਤੁਮ ਦਾਤਾ ਪਰਪਾਰੋ। ਸਭ ਤੋਂ ਪਹਿਲਾਂ ਤਾਂ ਇਹ ਵਿਸ਼ਵਾਸ ਹੋਵੇ ਕਿ ਜੇ ਅਸੀਂ ਡਾਕਟਰ ਦੇ ਪਾਸ ਜਾ ਰਹੇ ਹਾਂ ਕੋਈ ਕਰਵਾ ਤੇ ਪਤਾ ਹੋਵੇ ਕਿ ਮੈਂ ਬਿਮਾਰ ਹਾਂ ਜਾਂ ਕੋਈ ਮੈਨੂੰ ਕੋਈ ਰੋਗ ਹੈ ਜਿਹੜਾ ਮੈਂ ਚੈੱਕ ਕਰਾਉਣ ਜਾ ਰਿਹਾ ਜਾਂ ਆਪਣਾ ਸ਼ੱਕ ਕੱਢਣ ਜਾ ਰਿਹਾ, ਜੋ ਵੀ ਹੈ ਵਿਸ਼ਵਾਸ ਹੋਵੇ ਕਿ ਡਾਕਟਰ ਪਾਸ ਜਾ ਰਿਹਾ ਹੈ ਅਤੇ ਡਾਕਟਰ ਮੈਨੂੰ ਜੋ ਵੀ ਦੱਸੇਗਾ ਮੈਂ ਉਹ ਕਰਾਂਗਾ। ਜੇ ਇਹਨੂੰ ਵਿਸ਼ਵਾਸ ਹੀ ਨਹੀਂ ਹੈ, ਭਰੋਸਾ ਹੀ ਨਹੀਂ ਹੈ, ਤਾਂ ਫਿਰ ਇਹ ਕਿਸ ਤਰ੍ਹਾਂ ਅੱਗੇ ਚੱਲੇਗਾ, ਕਿਸ ਤਰ੍ਹਾਂ ਉਹਦਾ ਕਹਿਣਾ ਮੰਨੇਗਾ, ਕਿਸ ਤਰ੍ਹਾਂ ਆਰਾਮ ਆਏਗਾ। ਹੁਣ ਅਸੀਂ ਜੋ ਵੀ ਭਗਤੀ ਕਰਦੇ ਹਾਂ ਅਸੀਂ ਆਪਣੇ ਮਨ ਦੇ ਅੰਦਰ ਥੋੜ੍ਹਾ ਧਿਆਨ ਦੇ ਕੇ ਵਿਚਾਰੀਏ ਕਿ ਸਾਨੂੰ ਉਸ ਰਸਤੇ 'ਤੇ ਕਿੰਨਾ ਕੁ ਵਿਸ਼ਵਾਸ ਹੈ। ਕਿਤੇ ਵੀ ਕੋਈ ਹੋਵੇ, ਕਿਸੇ ਨੂੰ ਵੀ ਅਸੀਂ ਮੱਥਾ ਟੇਕ ਰਹੇ ਹਾਂ, ਕਿਸੇ ਨੂੰ ਵੀ ਸਿਰ ਝੁਕਾ ਰਹੇ ਹਾਂ, ਉਹਦੇ ਬਾਰੇ ਅਸੀਂ ਜਾਣਦੇ ਕੀ ਹਾਂ, ਕਾਹਦੇ ਵਾਸਤੇ ਬਾਣੀ 'ਚ ਫਰਮਾਇਆ। ਠੀਕ ਹੈ, ਇਹ ਨਹੀਂ ਹੈ ਕਿ ਬਹੁਤ ਤਰ੍ਹਾਂ ਦੇ ਸਾਡੇ ਪੂਜਾ ਪਾਠ ਬੜਾ ਕੁਛ ਹੁੰਦਾ ਹੈ। ਸਤਿਗੁਰਾਂ ਨੇ ਵੀ ਫਰਮਾਤਾ ਕਿ ਸਭ ਕੋ ਕਰੂ ਪ੍ਰਣਾਮ ਜੋੜ ਕਰ, ਕਿਸੇ ਦਾ ਵੀ ਨਰਾਦਰ ਨਹੀਂ ਹੈ। ਪਰ ਇੱਕ ਜਗ੍ਹਾ ਫਰਮਾ ਵੀ ਦਿੱਤਾ ਕਿ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਕਿਸੇ ਦੀ ਨਿੰਦਿਆ ਨਹੀਂ ਕਰਦੇ, ਪਰ ਫਰਮਾਉਂਦੇ ਨੇ ਕਿ ਬਈ ਅਸੀਂ ਉਸ ਰਸਤੇ ਨੂੰ ਸਮਝਣਾ ਹੈ। ਧਿਆਨ ਤਾਂ ਸਾਨੂੰ ਇੱਕ ਦਾ ਨਹੀਂ ਬਣਦਾ, ਇੱਕ ਨਾਲ ਪੂਰਾ ਪਿਆਰ ਨਹੀਂ ਬਣਦਾ, ਅਸੀਂ ਕਿਸ ਤਰੀਕੇ ਨਾਲ ਚੱਲਾਂਗੇ। ਅਤੇ ਉਹਨਾਂ ਨੇ ਫਰਮਾਇਆ ਕਿ ਮੋਹਿ ਭਉ ਜਲ ਪਾਰ ਉਤਾਰੋ, ਮੇਰੀ ਪੜੀ ਨਾਉ ਮਝਦਾਰੋ, ਕਿ ਸਤਿਗੁਰੂ ਜੀ ਮੇਰੀ ਨਾਉ ਜਿਹੜੀ ਹੈ ਮਝਦਾਰ ਦੇ ਵਿੱਚ ਹਜੇ ਕਿਨਾਰੇ 'ਤੇ ਨਹੀਂ ਲੱਗੀ। ਮੈਂ ਭਰੋਸਾ ਤਾਂ ਮੈਨੂੰ ਹੈਗਾ ਏ, ਪਰ ਇੰਨਾ ਭਰੋਸਾ ਨਹੀਂ ਹੈ ਕਿ ਮੈਂ ਸਾਰੇ ਫਿਕਰ ਟੈਨਸ਼ਨ ਛੱਡ ਦੇਵਾਂ। ਅਸੀਂ ਕਿਤੇ ਨਾ ਕਿਤੇ ਸਾਰੇ ਹੀ ਸਿਰ ਝੁਕਾਉਂਦੇ ਹਾਂ, ਕਿਸੇ ਨਾ ਕਿਸੇ ਨੂੰ ਆਪਣਾ ਮਾਲਕ ਸਮਝਦੇ ਹਾਂ, ਪਰ ਅਸੀਂ ਅੰਦਰ ਵਿਚਾਰ ਕਰਕੇ ਅਸੀਂ ਵਾਕਈ ਹੀ ਸਾਡੇ ਅੰਦਰ ਕੋਈ ਡਰ ਨਹੀਂ ਹੈ। ਬੱਚਾ ਆਪਣੇ ਪਿਤਾ ਦੇ ਨਾਲ ਹੀ ਹੁੰਦਾ ਹੈ ਨਾ, ਸੰਸਾਰੀ ਤੌਰ 'ਤੇ ਵੀ ਮਾਤਾ ਪਿਤਾ ਦੇ ਨਾਲ ਹੁੰਦਾ ਹੈ, ਅਤੇ ਉਹਨੂੰ ਪਤਾ ਹੁੰਦਾ, ਇੱਕ ਭਰੋਸਾ ਹੁੰਦਾ ਕਿ ਮੇਰਾ ਮਾਂ ਪਿਓ ਮੇਰੇ ਨਾਲ ਹੈ, ਪਰਵਾਹ ਹੀ ਨਹੀਂ ਕਰਦਾ ਕਿਸੇ ਚੀਜ਼ ਦੀ। ਕਿਤੇ ਆਉਣਾ ਜਾਣਾ ਹੋਵੇ, ਬੱਚੇ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਅੱਜ ਵੀ ਫਲਾਣੀ ਕੰਟਰੀ ਜਾ ਰਹੇ ਹਾਂ। ਬੱਚੇ ਨੇ ਕਦੀ ਪੁੱਛਿਆ ਕਿ ਤੁਸੀਂ ਟਿਕਟ ਲੈ ਲਈ ਹੈ, ਤੁਸੀਂ ਰਸਤੇ 'ਚ ਇੰਤਜ਼ਾਮ ਕਰ ਲਿਆ, ਤੁਸੀਂ ਕੱਪੜੇ ਲੈ ਲਏ ਨੇ? ਕੁਛ ਨਹੀਂ, ਉਹਨੂੰ ਟੈਨਸ਼ਨ। ਉਹਨੂੰ ਤਾਂ ਪਤਾ ਹੈ ਕਿ ਹਾਂ ਮਾਤਾ ਪਿਤਾ ਮੇਰੇ ਨਾਲ ਹੈ, ਫਿਕਰ ਉਹਨਾਂ ਨੂੰ ਹੋਏਗਾ, ਕੋਈ ਪਰਵਾਹ ਨਹੀਂ ਕਰਦਾ। ਲੇਕਿਨ ਸਾਨੂੰ ਕਿਉਂ ਟੈਨਸ਼ਨਾਂ ਇੰਨੀਆਂ, ਫਿਕਰ ਕਿਉਂ ਨੇ? ਇਹਦੀ ਇੱਕ ਮਿਸਾਲ ਇਹ ਹੋਈ ਹੈ ਕਿ ਸਾਨੂੰ ਵਿਸ਼ਵਾਸ ਭਰੋਸਾ ਨਹੀਂ ਹੈ। ਜਿੰਨਾ ਅਸੀਂ ਕਹਿੰਦੇ ਹਾਂ ਉਹ ਓਨੀ ਗੱਲ ਨਹੀਂ ਹੈ। ਇਸ ਕਰਕੇ ਫਰਮਾਇਆ ਉਹਨਾਂ ਨੇ ਕਿ ਮੋਹਿ ਭਉ ਜਲ ਪਾਰ ਉਤਾਰੋ, ਮੇਰੀ ਨਾਮ ਪੜੀ ਮਝਦਾਰੋ, ਕਿ ਮੇਰੀ ਨਾਮ ਜਿਹੜੀ ਮਝਦਾਰ ਦੇ ਵਿੱਚ ਨਾ ਮੈਂ ਅੱਗੇ ਜੋਗਾ ਨਾ ਪਿੱਛੇ ਜੋਗਾ, ਤੁਸੀਂ ਕਿਰਪਾ ਕਰਕੇ ਦਇਆ ਕਰਕੇ ਮੈਨੂੰ ਕਿਨਾਰੇ 'ਤੇ ਲਗਾਓ। ਅੱਗੇ ਫਰਮਾਇਆ ਕਿ ਤੁਮ ਬਿਨ ਅਬ ਕੋਈ ਨਾ ਸਹਾਰੋ, ਆਪਣਾ ਕਰ ਮੁਝੇ ਸਮਾਰੋ। ਹੁਣ ਦੇਖੋ, ਇਹ ਵੀ ਬੜੀ ਵੱਡੀ ਚੀਜ਼ ਹੈ। ਭਰੋਸਾ ਇੰਨਾ ਆ ਜਾਣਾ ਕਿ ਜਦੋਂ ਅਸੀਂ ਕਿਸੇ ਦੇ ਪਾਸ ਜਾਈਏ ਤਾਂ ਸਾਨੂੰ ਇੰਨਾ ਭਰੋਸਾ ਹੋਵੇ ਕਿ ਮੇਰਾ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਜੇ ਕਿਸੇ ਕੋਲ ਮੰਗ ਰਹੇ ਹਾਂ, ਭਿਖਾਰੀ ਵੀ ਮੰਗਦਾ ਹੈ ਨਾ, ਅਤੇ ਬੜੇ ਉਹਦੇ ਵਿੱਚ ਕਈ ਵਾਰ ਅਸੀਂ ਇਸ ਤਰ੍ਹਾਂ ਦਾ ਰਿਐਕਟ ਕਰਦੇ ਹਾਂ, ਅਸੀਂ ਕਹਿੰਦੇ ਚੱਲ ਚੱਲ ਕੁਛ ਨਹੀਂ ਹੈਗਾ, ਪਰ ਉਹ ਫਿਰ ਵੀ ਨਹੀਂ ਹਟਦਾ ਪਿੱਛੇ। ਉਹਦੇ ਅੰਦਰ ਵਿਸ਼ਵਾਸ ਹੁੰਦਾ ਹੈ, ਭਰੋਸਾ ਹੁੰਦਾ ਹੈ ਕਿ ਜਦੋਂ ਉਹਨੂੰ ਪਤਾ ਹੁੰਦਾ ਕਿ ਮੈਂ ਕਢਵਾ ਹੀ ਲੈਣੇ ਆ, ਅਤੇ ਉਹ ਕਢਵਾ ਹੀ ਲੈਂਦਾ ਹੈ। ਉਹਨੂੰ ਵਿਸ਼ਵਾਸ ਹੁੰਦਾ ਹੈ, ਅੰਦਰ ਵਿਸ਼ਵਾਸ ਹੁੰਦਾ ਕਿ ਇਹਨਾਂ ਦੇ ਕੋਲ ਹੈਗਾ ਹੈ। ਹੁਣ ਬੰਦਾ ਕਾਰ ਦੇ ਵਿੱਚ ਬੈਠਾ ਹੈ, ਬੜੀ ਅੱਛੀ ਵਾਲੀ ਵੱਡੀ ਕਾਰ, ਜਾਂ ਕਿਤੇ ਬੜਾ ਵਧੀਆ ਉਹਨੇ ਸਭ ਕੁਛ, ਕਦੇ ਦੁਕਾਨ 'ਤੇ ਖੜਾ ਹੈ, ਅਤੇ ਭਿਖਾਰੀ ਨੂੰ ਪਤਾ ਹੈ ਕਿ ਇਹਦੇ ਕੋਲ ਹੈਗਾ ਹੈ ਕੁਛ ਨਾ ਕੁਛ, ਤਾਂ ਹੀ। ਹੁਣ ਭਿਖਾਰੀ ਕਦੀ ਭਿਖਾਰੀ ਕੋਲੋਂ ਵੀ ਮੰਗਦਾ ਦੇਖਿਆ ਕਦੀ?
ਭਿਖਾਰੀ ਦੇ ਅੱਗੇ ਤਾਂ ਨਹੀਂ ਕੋਈ ਕਰਦਾ। ਜਿਹਨੂੰ ਵਿੱਚ ਉਹਨੂੰ ਵਿਸ਼ਵਾਸ ਹੈ ਕਿ ਬਈ ਇਹ ਸ਼ਾਹੂਕਾਰ ਹੈ, ਅਤੇ ਫਿਰ ਹੀ ਉਹਦੇ ਕੋਲੋਂ ਮੰਗਦਾ ਹੈ। ਫਿਰ ਜਦੋਂ ਮੰਗਦਾ ਹੈ ਫਿਰ ਇੰਨੇ ਵਿਸ਼ਵਾਸ ਨਾਲ ਮੰਗਦਾ ਹੈ ਅਤੇ ਫਿਰ ਲੈ ਕੇ ਜਾਂਦਾ ਉਹਦੇ ਕੋਲੋਂ। ਹੁਣ ਸਾਨੂੰ ਵਿਸ਼ਵਾਸ ਭਰੋਸਾ ਨਾ ਹੋਣ ਕਰਕੇ ਅਸੀਂ ਕਹਿੰਦੇ ਹਾਂ, ਅਸੀਂ ਜ਼ਰੂਰ ਅਸੀਂ ਦਾਅਵੇ ਕਰਦੇ ਹਾਂ ਕਿ ਸਾਡਾ ਭਰੋਸਾ ਬਹੁਤ ਹੈ, ਸਾਡਾ ਭਰੋਸਾ ਡੋਲ ਗਿਆ। ਨਹੀਂ, ਮੈਂ ਕਈ ਵਾਰ ਬੇਨਤੀ ਕਰਦਾ, ਨਹੀਂ ਹੋ ਹੀ ਨਹੀਂ ਸਕਦਾ। ਦੁਨੀਆ 'ਤੇ ਕੀਤਾ ਭਰੋਸਾ ਡੋਲ ਸਕਦਾ, ਉਸ ਮਾਲਕ 'ਤੇ ਭਰੋਸਾ ਨਹੀਂ ਕਦੇ ਵੀ ਹੁੰਦਾ। ਤੇ ਇਸ ਕਰਕੇ ਬੇਨਤੀ ਕੀ ਕੀਤੀ ਆ ਕਿ ਤੁਮ ਬਿਨ ਅਬ ਕੋਈ ਨਾ ਸਹਾਰੋ, ਆਪਣਾ ਕਰ ਮੁਝੇ ਸੰਵਾਰੋ। ਕਹਿੰਦੇ ਮੈਂ ਤਾਂ ਹੁਣ ਤੁਹਾਡਾ ਹੀ ਹਾਂ, ਮੇਰਾ ਤੁਹਾਡੇ ਬਗੈਰ ਕੋਈ ਨਹੀਂ ਆ। ਜਿਸ ਤਰ੍ਹਾਂ ਮਰਜ਼ੀ ਦਇਆ ਕਰਕੇ ਕਿਰਪਾ ਕਰਕੇ ਮੇਰੀ ਸੰਭਾਲ ਕਰੋ। ਮੈਂ ਮਝਦਾਰ ਦੇ ਵਿੱਚ ਹਾਂ, ਮੇਰਾ ਬੁਰਾ ਹਾਲ ਹੈ, ਤੁਸੀਂ ਕਿਰਪਾ ਕਰਕੇ ਮੈਨੂੰ ਬਾਹਰ ਕੱਢੋ। ਹਾਂਜੀ ਬੇਟੇ। ਮੈਂ ਕਪਟੀ ਕੁਟਲ ਤੁਮਾਰੋ, ਤੁਮ ਦਾਤਾ ਪਰ ਅਪਾਰੋ। ਹੁਣ ਇਸ ਚੀਜ਼ ਨੂੰ ਪਹਿਲਾਂ ਮੰਨ ਲੈਣਾ ਕਿ ਮੈਂ ਕਪਟੀ ਹਾਂ, ਕਿਉਂਕਿ ਬੜੀ ਵੱਡੀ ਚੀਜ਼ ਹੈ। ਰਸਤਾ ਸ਼ੁਰੂ ਹੀ ਇੱਥੋਂ ਹੁੰਦਾ ਹੈ। ਹੋਰ ਕੋਈ ਚੀਜ਼ ਹੀ ਨਹੀਂ ਕੋਈ ਐਸੀ ਜਿਹੜੀ ਸਾਨੂੰ ਪ੍ਰਭੂ ਤੋਂ ਦੂਰ ਰੱਖਦੀ ਹੋਵੇ। ਅਸੀਂ ਕਹੀਏ ਕਿਸੇ ਵੀ ਚੀਜ਼ ਦੀ ਹੋਰ ਕੋਈ ਦੀਵਾਰ ਨਹੀਂ ਹੈਗੀ। ਜਿਹੜੇ ਉਸ ਦਿਨ ਵੀ ਵਚਨ ਆਏ ਮੈਂ ਕਿ ਸਤਿਗੁਰ ਕਾ ਨਾਮ ਪੁਕਾਰੋ, ਸਤਿਗੁਰ ਕੋ ਹੇਰੇ ਧਾਰੋ। ਅਤੇ ਜਿਹੜੇ ਉੱਤ ਵਚਨ ਆਏ ਕਿ ਸਤਸੰਗ ਕਰਤ ਬਹੁਤ ਦਿਨ ਬੀਤੇ, ਅਬ ਤੋਂ ਛੋੜ ਪੁਰਾਣੀ ਬਾਣ। ਅਤੇ ਕੀ ਫਰਮਾਇਆ, ਕਬ ਲਗ ਕਰੋ ਕੁਟਲਤਾ ਗੁਰੂ ਸੇ, ਅਬ ਤੋਂ ਲੋ ਗੁਰੂ ਕੋ ਪਹਿਚਾਨ। ਕਿਹਾ ਕਬ ਲਗ ਕਰੋ ਕੁਟਲਤਾ। ਕੁਟਲਤਾ ਕਿਹਨੂੰ ਕਹਿੰਦੇ ਨੇ? ਕਪਟ ਨੂੰ। ਕਿਤੇ ਨਾ ਕਿਤੇ ਮਨ ਦੇ ਵਿੱਚ ਕਪਟ, ਕਿਉਂਕਿ ਭਰੋਸਾ ਨਹੀਂ ਹੁੰਦਾ। ਜਿਸ ਤਰ੍ਹਾਂ ਇੱਕ ਵਾਰੀ ਸੁਣਾਇਆ ਸੀ ਕਿ ਪਿੱਛੇ ਵੀ ਦੱਸਿਆ ਕਿ ਉਹ ਕੋਈ ਬੰਦਾ ਜਾ ਰਿਹਾ ਸੀ ਨਾਉ ਦੇ ਵਿੱਚ ਬੈਠ ਕੇ ਕਿਤੇ, ਅਤੇ ਉਹ ਅੱਗੇ ਵੀ ਉਹਨੇ ਇਸ ਤਰ੍ਹਾਂ ਸ਼ਹਿਰ ਦੇ ਦੂਸਰੀ ਸਾਈਡ 'ਤੇ ਕੋਈ ਨਦੀ ਸੀ, ਉਹਨੂੰ ਪਾਰ ਕਰਕੇ ਉਹਦੇ ਕੋਈ ਗ੍ਰਾਹਕ ਸੀ ਜਾਂ ਉਹਦੇ ਕੋਲ ਪੈਸੇ ਲੈਣੇ ਸੀ। ਹੁਣ ਉਹਨੇ ਆਉਣਾ ਬੰਦ ਕਰ ਦਿੱਤਾ, ਉਹਦੇ ਕੋਲ ਕਾਫੀ ਫੇਰੇ ਮਾਰੇ, ਉਹਦੇ ਕੋਲ ਉਹ ਚੀਜ਼ ਨਹੀਂ ਸੀ ਮਿਲਦੀ ਪਈ ਅਤੇ ਪੈਸੇ ਨਹੀਂ ਸੀ ਮਿਲ ਰਹੇ। ਅਤੇ ਹੁਣ ਕਰਦਿਆਂ ਇੱਕ ਦਿਨ ਨਿਕਲਿਆ, ਮਨ 'ਚ ਆਇਆ ਕਿ ਯਾਰ ਰੋਜ਼ ਮੈਂ ਟਾਈਮ ਖਰਾਬ ਕਰਦਾ ਹੈ, ਪੈਸੇ ਖਰਾਬ ਕਰਦਾ, ਮੇਰੇ ਪੈਸੇ ਤਾਂ ਨਿਕਲ ਨਹੀਂ ਰਹੇ। ਅਤੇ ਹੁਣ ਜਿਸ ਤਰ੍ਹਾਂ ਮਨ 'ਚ ਆ ਜਾਂਦਾ ਹੈ ਕਿ ਅਸੀਂ ਵੀ ਕਈ ਵਾਰੀ ਕਹਿ ਦਿੰਦੇ ਹਾਂ ਕਿ ਮਹਾਰਾਜ ਜੀ ਕਿਰਪਾ ਕਰੋ, ਜੇ ਆਹ ਕੰਮ ਹੋ ਗਿਆ ਅਤੇ ਆਹ ਚੜਾਵਾਂਗੇ। ਹੁਣ ਉਹ ਕੀਤਾ ਕਿ ਗਿਆ ਅਤੇ ਚਲਾ ਗਿਆ ਉੱਧਰ ਪਾਰ ਕਰਕੇ, ਅਤੇ ਕਹਿਣ ਲੱਗਾ ਕਿ ਪੈਸੇ ਮਿਲ ਜਾਣਗੇ ਜਾਂ ਇਸ ਤਰ੍ਹਾਂ ਹੋ ਜਾਣਗੇ। ਉਹ ਮਿਲ ਗਏ, ਉੱਧਰ ਗਏ, ਕਹਿਣ ਲੱਗਾ ਆ ਗਿਆ ਵਾਪਸ। ਮਨ 'ਚ ਹੁਣ ਸੁੱਖਿਆ ਸੀ ਕਿ ਉਹ ਜਿਹੜੀ ਮੈਂ ਆਹ ਕੰਮ ਕਰਾਂਗਾ ਆਣ ਕੇ। ਜਦੋਂ ਉੱਧਰੋਂ ਵਾਪਸ ਆ ਰਿਹਾ ਸੀ ਬੇੜੀ ਦੇ ਵਿੱਚ, ਅਤੇ ਮਨ 'ਚ ਸੁੱਖਿਆ ਕਿ ਠੀਕ ਹੈ, ਜਿਸ ਤਰ੍ਹਾਂ ਉੱਦਾਂ ਹੁੰਦਾ ਕਿ ਮੈਂ 5 ਕਿਲੋ ਲੱਡੂ ਚੜਾਵਾਂਗਾ। ਜਦੋਂ ਵਾਪਸ ਆ ਰਿਹਾ ਸੀ ਅਤੇ ਰਸਤੇ ਦੇ ਵਿੱਚ ਸੋਚਦਾ ਕਿ ਐਵੇਂ ਇੰਨੀ ਦੇਰ ਹੋ ਗਈ ਪੈਸੇ ਲੈਣ ਨੂੰ, ਇੰਨਾ ਤੱਕ ਖਰਚਾ ਚੜ੍ਹ ਗਿਆ, ਅੱਜ ਕੱਲ੍ਹ ਲੱਡੂਆਂ ਵਾਲਾ ਕੰਮ ਮੈਂ ਹੋਰ ਪਾ ਲਿਆ ਵਿੱਚ। ਮਨ 'ਚ ਆਇਆ ਖਿਆਲ, ਅਤੇ ਮਨ 'ਚ ਜਦੋਂ ਖਿਆਲ ਆਇਆ ਕਿ ਥੋੜ੍ਹਾ ਜਿਹਾ, ਕਹਿੰਦਾ ਕਿਹੜੇ ਲੱਡੂ, ਕੋਈ ਲੱਡੂ ਨਹੀਂ। ਕੁਦਰਤੀ ਕਿਤੇ ਗੱਲ ਕਹਿ ਲਓ ਕਿ ਜਿਸ ਤਰ੍ਹਾਂ ਕੋਈ ਲਹਿਰ ਆਈ, ਬੇੜੀ ਹਿੱਲਣੀ ਸ਼ੁਰੂ ਹੋ ਗਈ। ਜਦੋਂ ਬੇੜੀ ਨੇ ਤਾਂ 2-4 ਝਟਕੇ ਮਾਰੇ ਕਿ ਵੇਖਣ ਲੱਗਾ ਕਿ ਇਹਦੇ ਕੰਮ ਕਦੇ ਉਲਟਾ ਹੀ ਹੋ ਚੱਲਿਆ ਵਾ। ਹੁਣ ਦਬਾ ਮਨ 'ਚ ਕਹਿੰਦਾ ਮਹਾਰਾਜ ਤੁਸੀਂ ਤਾਂ ਨਾਰਾਜ਼ ਹੀ ਹੋ ਗਏ, ਮੈਂ ਤਾਂ ਪੁੱਛਣ ਦਿਆਂ ਕਿਹੜੇ ਲੱਡੂ, ਮੋਤੀ ਚੂਰ ਵਾਲੇ ਕਿ ਮੋਟੀ ਬੂੰਦੀ ਵਾਲੇ? ਠੀਕ ਹੈ ਨਾ, ਕਿਹੜੇ ਲੱਡੂ? ਮੈਂ ਕਹਿੰਦਾ ਮੈਂ ਇਹ ਥੋੜ੍ਹਾ ਕਿਹਾ ਕਿ ਭੁੱਲ ਨਹੀਂ ਗਿਆ, ਮੈਨੂੰ ਯਾਦ ਹੈ। ਮਤਲਬ ਕਿ ਹਰ ਚੀਜ਼ ਦੇ ਵਿੱਚ ਕਪਟ, ਠੀਕ ਹੈ ਨਾ। ਕਰਦੇ ਹਾਂ ਅਸੀਂ ਸਭ ਕੁਛ, ਲੇਕਿਨ ਮਨ ਦੇ ਵਿੱਚ ਜਿਹੜਾ ਕਪਟ ਰੱਖਣ ਕਰਕੇ ਪੂਰੀ ਉਹ ਜਿਹੜੀ ਅੱਗੇ ਜਿਹੜੀ ਆ ਗੱਲ ਨਹੀਂ ਬਣਦੀ। ਇਸ ਲਈ ਉਹਨੇ ਫਰਮਾਇਆ ਕਿ ਕਬ ਲਗ ਕਰੋ ਕੁਟਲਤਾ ਗੁਰੂ ਸੇ, ਅਬ ਤੋਂ ਲੋ ਗੁਰੂ ਕੋ ਪਹਿਚਾਨ। ਗੁਰੂ ਕੋ ਤੁਮ ਮਾनुष मत जानो, वो है सतपुरुष की जान। वही कबीर वही सतनामा, उन्हीं को गुरु नानक जान। ਹੁਣ ਦੇਖੋ, ਜਦੋਂ ਗੁਰੂ ਨਾਨਕ ਸਾਹਿਬ ਜੀ ਹੋਏ, ਕਬੀਰ ਸਾਹਿਬ ਜੀ ਹੋਏ, ਉਦੋਂ ਦਾ ਅਸੀਂ ਇਤਿਹਾਸ ਪੜ੍ਹ ਕੇ ਦੇਖੀ ਕੀ ਹੋਇਆ। ਰਾਮਚੰਦਰ ਜੀ ਹੋਏ, ਕੀ ਹੋਇਆ? ਮੈਂ ਥੋੜ੍ਹੇ ਦਿਨ ਪਹਿਲਾਂ ਵੀ ਦੀਵਾਲੀ ਦਾ ਤਿਉਹਾਰ ਨਿਕਲਿਆ, ਸਤਸੰਗ ਵਿੱਚ ਬੇਨਤੀ ਕੀਤੀ ਸੀ ਕਿ ਦੇਖੋ ਅਸੀਂ ਦੀਵਾਲੀਆਂ ਮਨਾਉਂਦੇ ਹਾਂ, ਕਿੰਨੀ ਦੇਰ ਹੋ ਗਿਆ। ਦੀਵਾਲੀ ਖੁਸ਼ੀ ਦਾ ਤਿਉਹਾਰ ਅਸੀਂ ਕਹਿੰਦੇ ਹਾਂ, ਕਿ ਵਾਕਈ ਖੁਸ਼ੀਆਂ ਮਿਲ ਗਈਆਂ ਸਾਨੂੰ। ਔਰ ਛੋਟੀ ਜਿਹੀ ਬੇਨਤੀ ਕੀਤੀ ਸੀ ਉੱਤੇ ਕਿ ਦੇਖੋ, ਅਤੇ ਅਸੀਂ ਸਾਨੂੰ ਸਭ ਨੂੰ ਪਤਾ, ਰੱਟੇ ਜ਼ਰੂਰ ਲੱਗੇ ਨੇ। ਜੇ ਕੋਈ ਪੁੱਛਦਾ ਹੈ ਕਿ ਦੀਵਾਲੀ ਕਿਉਂ ਮਨਾਈ ਜਾਂਦੀ ਹੈ, ਅਸੀਂ ਕਹਿੰਦੇ ਹਾਂ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ
ਅਯੁੱਧਿਆ ਵਾਪਸ ਆਏ ਸੀ, ਉਹਨਾਂ ਦੀ ਆਉਣ ਦੀ ਖੁਸ਼ੀ 'ਚ ਦੀਵਾਲੀ ਮਨਾਈ ਗਈ। ਲੇਕਿਨ ਉਹਦੇ ਪਿਛਲਾ ਜਿਹੜਾ ਉਹਦੇ ਵਿੱਚ ਜੋ ਇੱਕ ਰਹੱਸ ਹੈ ਉਹ ਨਹੀਂ ਸਾਨੂੰ ਸਮਝ ਆਉਂਦੇ। ਹੁਣ ਅਸੀਂ ਇਹ ਤਾਂ ਕਹਿ ਦਿੰਦੇ ਹਾਂ ਕਿ ਜਦੋਂ ਰਾਮ ਜੀ ਘਰ ਆਏ ਆਪਣੇ ਅਤੇ ਉਦੋਂ ਅਯੁੱਧਿਆ 'ਚ ਦੀਵਾਲੀ ਹੋਈ। ਅਤੇ ਮੈਂ ਬੇਨਤੀ ਕੀਤੀ ਸੀ ਕਿ ਸਾਡੇ ਅੰਦਰ ਰਾਮ ਜੀ ਕਦੋਂ ਆਉਣਗੇ। ਸਾਡੇ ਰਾਮ ਜੀ ਜੋ ਵੀ ਅਸੀਂ ਜਿਸ ਰੂਪ 'ਚ ਵੀ ਕਿਸੇ ਨੂੰ ਪੁੱਜਦੇ ਹਾਂ, ਸਾਡੇ ਸਤਿਗੁਰ ਸਾਡੇ ਜਦੋਂ ਤੱਕ ਇਸ ਨਗਰੀ ਦੇ ਵਿੱਚ ਨਹੀਂ ਆਉਣਗੇ, ਉਹ ਅਨੁਸ਼ਾਸਨ ਨਹੀਂ ਬਣੇਗਾ ਜਦੋਂ ਤੱਕ। ਰਾਮ ਚੰਦਰ ਜੀ ਨੇ ਜੰਗਲ ਦੇ ਵਿੱਚ ਜਾ ਕੇ ਅਸੀਂ ਇੱਥੇ ਦੇਖਦੇ ਹਾਂ ਕਈ ਵਾਰੀ ਆਪਾਂ ਜੰਗਲੀ ਜਾਨਵਰ ਬਾਂਦਰ ਭਾਲੂ ਕੋਈ ਦੇਖੇ ਕਈ ਵਾਰ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਹੁੰਦੇ ਨੇ, ਉਹ ਕਿਸ ਤਰ੍ਹਾਂ ਟੱਪਦੇ ਕਰਦੇ ਆ, ਕਿਸ ਤਰ੍ਹਾਂ ਉਹਨਾਂ ਨੂੰ ਕੰਟਰੋਲ 'ਚ ਕਰਨਾ। ਇੱਕ ਬਾਂਦਰ ਵੀ ਘਰ ਦੇ ਵਿੱਚ ਆ ਜੇ ਮੁਸ਼ਕਿਲ ਹੋ ਜਾਂਦਾ ਹੈ ਸੰਭਾਲਣਾ, ਉਹਨੂੰ ਵਕਤ ਪੈ ਜਾਂਦਾ ਹੈ। ਅਤੇ ਰਾਮ ਜੀ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਹੀ ਕੰਟਰੋਲ ਕਰਕੇ ਉਹਨਾਂ ਨੂੰ ਕੰਮ ਲੈ ਕੇ ਉਹਨਾਂ ਕੋਲੋਂ ਅਤੇ ਰਾਕਸ਼ਸਾਂ ਨਾਲ ਲੜਾਈ ਕੀਤੀ, ਉਹਨਾਂ 'ਤੇ ਜਿੱਤ ਪ੍ਰਾਪਤ ਕੀਤੀ। ਹੁਣ ਉਹ ਬਾਂਦਰ ਭਾਲੂ ਕੀ ਉਹ ਸਾਡੇ ਹੀ ਇੰਦਰੇ ਨੇ। ਸਾਡੇ ਅੰਦਰ ਜੋ ਰਾਵਣ ਹੈ, ਜੋ ਲੰਕਾ ਹੈ, ਅਸੀਂ ਉਦੋਂ ਤੱਕ ਜਿੱਤ ਨਹੀਂ ਪ੍ਰਾਪਤ ਕਰ ਸਕਦੇ ਜਦੋਂ ਅਸੀਂ ਇੰਦਰੀ ਰੂਪੀ ਇਹਨਾਂ ਦੇ ਉੱਤੇ ਰਾਕਸ਼ਸਾਂ ਦੇ ਉੱਤੇ ਅਸੀਂ ਨਹੀਂ ਉਹ ਜਿੱਤ ਪਾਉਂਦੇ। ਜਦੋਂ ਤੱਕ ਇਹਨਾਂ ਦਾ ਨਾਲ ਇਹਨਾਂ ਨੂੰ ਇੱਕ ਅਨੁਸ਼ਾਸਨ 'ਚ ਲਿਆ ਕੇ ਸਤਿਗੁਰਾਂ ਦੇ ਉਸ ਰਸਤੇ 'ਤੇ ਨਹੀਂ ਚੱਲਦੇ ਅਤੇ ਕਦੀ ਵੀ ਅਸੀਂ ਉਹ ਜਿੱਤ ਪ੍ਰਾਪਤ ਨਹੀਂ ਕਰਦੇ। ਔਰ ਇਸ ਕਰਕੇ ਕਦੀ ਵੀ ਸਾਨੂੰ ਲੱਗਾ ਹੀ ਨਹੀਂ ਕਿ ਰਾਮ ਜੀ ਸਾਡੇ ਨਾਲ, ਠੀਕ ਹੈ ਨਾ। ਚਾਹੇ ਰਾਮ ਕਹਿ ਲਓ, ਵਾਹਿਗੁਰੂ ਕਹਿ ਲਓ, ਅੱਲਾ ਕਹਿ ਲਓ, ਜੋ ਮਰਜ਼ੀ, ਗੱਲ ਇੱਕੋ ਹੀ ਹੈ। ਪਰ ਜਦੋਂ ਆਉਣਗੇ ਉਦੋਂ ਪਤਾ ਚੱਲੇਗਾ ਕਿ ਖੁਸ਼ੀ ਕੀ ਹੁੰਦੀ ਹੈ। ਇਸ ਲਈ ਸਤਿਗੁਰ ਦਇਆ ਕਿਰਪਾ ਕਰਨ ਕਿ ਉਹ ਜਿਹੜੇ ਉਹਨਾਂ ਨੇ ਵਚਨ ਫਰਮਾਇਆ ਕਿ ਮੈਂ ਕਪਟੀ ਕੁਟਲ ਤੁਮਾਰੋ ਤੁਮ ਦਾਤਾ ਅਪਰ ਪਾਰੋ। ਮਨਜ਼ੂਰ ਕਰ ਲਿਆ ਸੇਵਕ ਨੇ ਕਿ ਮੈਂ ਕਪਟੀ ਹਾਂ, ਮੈਂ ਕੁਟਲ ਹਾਂ, ਮੈਂ ਬੜੇ ਤਰ੍ਹਾਂ ਦੇ ਤੁਹਾਡੇ ਨਾਲ ਕਪਟ ਕਰਦਾ ਹੈ, ਪਰ ਤੁਸੀਂ ਕਿਰਪਾ ਕਰਕੇ ਦਾਤਾ ਜੀ ਮੈਨੂੰ ਬਖਸ਼ ਦਿਓ, ਕਿਰਪਾ ਕਰਕੇ ਮੈਨੂੰ ਸਮਝ ਬਖਸ਼ ਦਿਓ, ਮੇਰੀ ਦੁਰਮਤ ਨੂੰ ਦੂਰ ਕਰ ਦਿਓ। ਹਾਂਜੀ ਬੇਟੇ। ਮੈਂ ਦੀਨ ਦੁਖੀ ਆਤ ਪਾਰੋ, ਜਬ ਚਾਹੋ ਤਬ ਨਿਸਤਾਰੋ। ਮੈਂ ਆਰਤ ਕਰੂੰ ਤੁਮਾਰੀ, ਤਨ ਮਨ ਤਨ ਤੁਮ ਪਰਵਾਰੀ। ਅਬ ਮਿਲਾ ਸਹਾਰਾ ਪਾਰੀ, ਮੈਂ ਨੀਚ ਅਜਾਨ ਅਨਾਰੀ। ਘਟ ਭੇਦ ਨਾਦ ਸਮਝਾਇਆ, ਮਨ ਬੈਰੀ ਸਵਾਦ ਨਾ ਪਾਇਆ। ਜਦੋਂ ਅਸੀਂ ਧਿਆਨ ਦਿੰਦੇ ਹਾਂ ਤਾਂ ਸਮਝ ਲੱਗ ਜਾਂਦੀ ਹੈ ਕਮੀ ਕਿੱਥੇ। ਉਹਨੇ ਫਰਮਾਇਆ ਕਿ ਘਟ ਭੇਦ ਨਾਦ ਸਮਝਾਇਆ, ਮਨ ਬੈਰੀ ਸਵਾਦ ਨਾ ਪਾਇਆ। ਸਤਿਗੁਰਾਂ ਨੇ ਫਰਮਾ ਦਿੱਤਾ ਕਿ ਉਹ ਨਾਦ ਤੇਰੇ ਅੰਦਰ ਹੋ ਰਿਹਾ ਹੈ, ਉਹ ਘੰਟੇ ਸ਼ੰਖ ਉਹ ਤੇਰੇ ਅੰਦਰ ਵੱਜ ਰਹੇ ਨੇ, ਉਹ ਜੋਤ ਜਿਹੜੀ ਹੈ ਤੇਰੇ ਅੰਦਰ ਜਗ ਰਹੀ ਹੈ। ਲੇਕਿਨ ਮਨ ਨੇ ਉਧਰ ਨੂੰ ਧਿਆਨ ਨਹੀਂ ਕੀਤਾ। ਕਿਹਾ ਕਿ ਘੱਟ ਨਾਦ ਭੇਦ ਸਮਝਾਇਆ, ਮਨ ਬੈਰੀ ਸਵਾਦ ਨਾ ਪਾਇਆ। ਲੇਕਿਨ ਇਹਨੇ ਕਦੀ ਉਹਦਾ ਸਵਾਦ ਚੱਖਿਆ ਨਹੀਂ, ਇਸ ਕਰਕੇ ਇਹ ਭਟਕਦਾ ਫਿਰਦਾ ਹੈ। ਅਤੇ ਉਹਨੇ ਕਿਹਾ ਕਿ ਅਬ ਮਿਲਾ ਸਹਾਰਾ ਪਾਰੀ, ਮੈਂ ਨੀਚ ਅਜਾਨ ਅਨਾੜੀ, ਮੈਂ ਤਾਂ ਭੁੱਲਿਆ ਫਿਰਦਾ ਹੈ, ਅਨਾੜੀ ਹਾਂ, ਤੁਸੀਂ ਦਇਆ ਕਿਰਪਾ ਕਰਕੇ ਮੈਨੂੰ ਆਪਣੇ ਰਸਤੇ 'ਤੇ ਚਲਾਓ। ਹਾਂਜੀ ਬੇਟੇ ਲੱਗੇ। ਦੁਖ ਸੁਖ ਮੈਂ ਬਹੁ ਪਰਮਾਇਆ, ਜਗ ਮਾਨ ਬੜਾਈ ਚਾਇਆ। ਉਲਟੂੰ ਮੈਂ ਇਸ ਕੋ ਕਿਉਂ ਕਰ,
ਬਿਨ ਦਇਆ ਤੁਮਾਰੀ ਸਤਿਗੁਰ ਅਬ ਖੈਂਚੋ ਰਾਧਾ ਸੁਆਮੀ ਮਨ ਕੋ ਮੈਂ ਬਿਨੈ ਸੁਨਾਊ ਤੁਮਕੋ। ਰਾਧਾ ਸੁਆਮੀ। ਹੁਣ ਇਸ ਜੀਵਾਤਮਾ ਨੂੰ ਸਮਝ ਆ ਗਈ, ਪਤਾ ਲੱਗ ਗਿਆ, ਜਾਗ ਆ ਗਈ ਕਿ ਬਈ ਕਿਹੜੀ ਚੀਜ਼ ਕਰਕੇ ਦੁਖੀ ਹੈ। ਫਿਰ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਅਬ ਖੈਂਚੋ ਰਾਧਾ ਸੁਆਮੀ ਮਨ ਕੋ। ਪਤਾ ਲੱਗ ਗਿਆ ਕਿ ਦੁਖੀ ਮੈਨੂੰ ਕਿਸੇ ਨੇ ਨਹੀਂ ਕੀਤਾ, ਦੁਖੀ ਮੇਰੇ ਮਨ ਨੇ ਹੀ ਮੈਨੂੰ ਕੀਤਾ। ਮਨ ਹੀ ਭਟਕਾ ਰਿਹਾ ਮੈਨੂੰ ਵਾਰ-ਵਾਰ। ਅਤੇ ਕੀ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਕਿ ਅਬ ਖੈਂਚੋ ਸਤਿਗੁਰੂ ਮਨ ਕੋ, ਕਿ ਇਹਨੂੰ ਮਨ ਨੂੰ ਕੰਟਰੋਲ 'ਚ ਕਰਵਾ ਦਿਓ। ਕਿ ਬਣਾ ਕਿ ਮੈਂ ਬਿਨੇ ਸੁਨਾਊ ਤੁਮਕੋ, ਮੈਂ ਆਪਣੀ ਦਰਦ ਜਿਹੜਾ ਤੁਹਾਨੂੰ ਦੱਸ ਰਿਹਾ ਹੈ ਕਿ ਮੈਨੂੰ ਸਮਝ ਆ ਗਈ ਹੈ ਤੁਹਾਡੀ ਕਿਰਪਾ ਨਾਲ ਕਿ ਦੁਖੀ ਮੈਂ ਆਪਣੇ ਮਨ ਤੋਂ, ਮੈਂ ਆਪਣੇ ਵਿਚਾਰਾਂ ਤੋਂ ਹਾਂ। ਅਤੇ ਦਇਆ ਕਰਕੇ, ਕਿਰਪਾ ਕਰਕੇ ਇਹਨੂੰ ਦੁੱਖਾਂ ਸੁੱਖਾਂ 'ਚੋਂ ਬਾਹਰ ਕੱਢ ਦਿਓ, ਕਿਉਂਕਿ ਇਹਨਾਂ ਨੇ ਮੈਨੂੰ ਬਹੁਤ ਭਰਮਾਇਆ ਹੈ। ਦੁੱਖ ਸੁੱਖ ਮੇਂ ਬਹੁ ਭਰਮਾਇਆ, ਜਗ ਮਾਨ ਬੜਾਈ ਚਾਹਿਆ। ਦੁੱਖ ਸੁੱਖ ਹੋਰ ਕੀ ਨੇ? ਕਈ ਲੋਕ ਐਸੇ ਨੇ, ਉਹ ਜਾਂਦੇ ਨੇ ਕਿਤੇ ਸਟੇਜ ਦੇ ਉੱਤੇ, ਕੋਈ ਨਾ ਕੋਈ ਪੈਸੇ ਦਿੰਦੇ ਨੇ, ਕੋਈ ਚੜਾਵਾ ਦਿੰਦੇ ਨੇ, ਕੋਈ ਵੀ ਕੁਛ ਕਰਦੇ ਨੇ। ਹੁਣ ਦੇਖੋ ਕਿ ਉੱਥੇ ਇੱਕ ਲਿਸਟ ਗਈ, ਲਿਸਟ ਦੇ ਵਿੱਚ ਨਾਮ ਬੋਲੇ ਗਏ ਕਿ ਫਲਾਣੇ ਬੰਦੇ ਨੇ ਆਹ ਸੇਵਾ ਕੀਤੀ, ਇਹਨੇ ਆਹ ਸੇਵਾ ਕੀਤੀ, ਇਹਨੇ ਆਹ ਸੇਵਾ ਕੀਤੀ, ਔਰ ਇੱਕ ਜਣੇ ਦਾ ਵਿੱਚ ਨਾਮ ਹੀ ਨਹੀਂ ਆਇਆ। ਸੇਵਾ ਕੀਤੀ ਪਰ ਉਹਦਾ ਨਾਮ ਨਹੀਂ ਆਇਆ ਵਿੱਚ। ਹੁਣ ਉਹਨੂੰ ਕਿਸੇ ਨੇ ਕੋਈ ਮੰਦਾ ਨਹੀਂ ਬੋਲਿਆ, ਕੋਈ ਗੱਲਬਾਤ ਨਹੀਂ ਕੀਤੀ, ਲੇਕਿਨ ਉਹਦਾ ਮਨ ਇੰਨਾ ਦੁਖੀ ਹੋ ਗਿਆ। ਕਾਹਦੇ ਵਾਸਤੇ ਦੁਖੀ ਹੋ ਗਿਆ? ਕਿ ਦੇਖੋ ਜੀ ਮੇਰਾ ਨਾਮ ਨਹੀਂ ਬੋਲਿਆ ਗਿਆ ਵਿੱਚ। ਹੁਣ ਇਹ ਕੀ ਹੈ? ਅਸਲ ਦੇ ਵਿੱਚ ਅਸੀਂ ਜੋ ਵੀ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਅਸੀਂ ਮਾਨ ਬੜਾਈ ਵਾਸਤੇ ਹੀ ਬਸ ਕਰੀ ਜਾਂਦੇ ਹਾਂ। ਅਸੀਂ ਇਹਦੇ 'ਚ ਹੀ ਸੁੱਖ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਨੇ ਫਰਮਾਇਆ ਕਿ ਦੁੱਖ ਸੁੱਖ ਹੋਰ ਕਾਹਦੇ ਨੇ? ਅਸੀਂ ਸੇਵਾ ਵੀ ਕਰਦੇ ਹਾਂ ਅਤੇ ਸਾਨੂੰ ਹੁੰਦਾ ਹੈ ਕਿ ਮੇਰੀ ਡਿਊਟੀ ਉੱਥੇ ਲੱਗੇ, ਫਲਾਣੀ ਜਗ੍ਹਾ 'ਤੇ ਲੱਗੇ, ਮੈਂ ਆਹ ਸੇਵਾ ਕਰਨਾ ਚਾਹੁੰਦਾ। ਜੇ ਸਾਨੂੰ ਸੇਵਾ ਵੀ ਮਨ ਚਾਹੀ ਨਾ ਮਿਲੇ ਤਾਂ ਅਸੀਂ ਦੁਖੀ ਹੋ ਜਾਂਦੇ ਹਾਂ। ਹੁਣ ਸੇਵਾ ਦੇ ਉੱਤੇ ਕੰਮ ਕਿਹਦਾ ਹੈ? ਸੇਵਾਦਾਰ ਦਾ। ਅਤੇ ਸੇਵਾ ਕੌਣ ਹੈ? ਕੌਣ ਕਰ ਸਕਦਾ ਹੈ? ਕੋਈ ਬਾਹਰ ਦਾ, ਕੋਈ ਅਮੀਰ ਗਰੀਬ, ਕੋਈ ਵੱਡਾ ਛੋਟਾ, ਕੋਈ ਊਚ ਨੀਚ ਨਹੀਂ। ਸੇਵਾ ਇੱਕ ਸੇਵਾਦਾਰ ਕਰ ਸਕਦਾ ਹੈ। ਅਤੇ ਪਹਿਲਾਂ ਅਸੀਂ ਸੇਵਾਦਾਰ ਬਣਾਂਗੇ, ਫਿਰ ਹੀ ਸੇਵਾ ਹੋਏਗੀ। ਕਈ ਵਾਰੀ ਸਤਿਗੁਰਾਂ ਨੇ ਫਰਮਾਉਣਾ ਕਿ ਬਈ ਬੜੀ ਦਇਆ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ। ਹੁਣ ਸੇਵਾ 'ਚ ਵੀ ਅਸੀਂ ਮਾਣ ਵਡਿਆਈ ਚਾਹੁੰਦੇ ਹਾਂ ਕਿ ਮੈਨੂੰ ਇੱਥੇ ਖੜਾ ਕੀਤੇ ਜਾਵੇ, ਮੈਂ ਆਹ ਸੇਵਾ ਕਰਾਂ, ਮੈਂ ਇੱਦਾਂ ਕਰਾਂ, ਅਤੇ ਕਹਿਣ ਲੱਗੇ ਕਿ ਬਈ ਉਹਦੇ ਵਿੱਚ ਵੀ ਹੰਕਾਰ ਲੈਣ ਦਾ, ਹਉਮੈ ਲੈਣ ਦੀ ਅਸੀਂ ਜਿੱਥੇ ਮਰਜ਼ੀ ਲੱਗੇ, ਜਿਸ ਤਰ੍ਹਾਂ ਮਰਜ਼ੀ ਆ, ਕਿਹਾ ਕਿ ਹੋਰ ਵੀ ਨੀਵਾਂ ਹੋ ਫਕੀਰਾ, ਹੋਰ ਵੀ ਨੀਵਾਂ ਹੋ, ਪਾਏਂਗਾ ਦੀਦਾਰ ਸਾਈਂ ਦਾ ਓਲਾ ਰਹੇ ਨਾ ਕੋ। ਪਰ ਅਸੀਂ ਉਹ ਸੇਵਾ ਦੇ ਰਾਹੀਂ ਅਸੀਂ ਮਨ ਨੂੰ ਮਾਰਨਾ ਸੀ, ਅਸੀਂ ਸੇਵਾ ਦੀ ਹੀ ਉਹਨੂੰ ਮਨ ਨੂੰ ਖੁਰਾਕ ਦੇਣ ਲੱਗ ਪਏ। ਅਤੇ ਫਰਮਾਉਂਦੇ ਨੇ ਕਿ ਮਨ ਬੈਰੀ ਸਵਾਦ ਨਾ ਪਾਇਆ, ਘਟ ਭੇਦ ਨਾਦ ਸਮਝਾਇਆ, ਜਗ ਮਾਨ ਬੜਾਈ ਚਾਹਿਆ। ਕਿ ਜਗ ਦੀ ਮਾਨ ਬੜਾਈ ਇਹ ਚਾਹੁੰਦਾ ਹੈ, ਇਸੇ ਕਰਕੇ ਹੀ ਦੁੱਖ ਹੈ। ਅਤੇ ਹੁਣ ਕੀ ਕਿਹਾ ਕਿ ਉਲਟੂ ਮੈਂ ਇਸ ਕੋ ਕਿਉਂ ਕਰ, ਬਿਨ ਦਇਆ ਤੁਮਾਰੀ ਸਤਿਗੁਰੂ। ਕਹਿੰਦੇ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਹੈ ਕਿ ਇਹ ਤੋਂ ਉੱਪਰ ਉੱਠ ਜਾਵਾਂ, ਪਰ ਮੇਰੇ ਕੋਲ ਨਹੀਂ ਉੱਠਿਆ ਜਾ ਰਿਹਾ। ਹੁਣ ਤੁਸੀਂ ਦਇਆ ਕਰੋ, ਕਿਰਪਾ ਕਰਕੇ ਮੈਨੂੰ ਸਹਾਰਾ ਦਿਓ ਅਤੇ ਮੇਰੇ ਮਨ ਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਕੱਢ ਕੇ, ਅਤੇ ਮੈਨੂੰ ਜੋ ਤੁਸੀਂ ਰਸਤਾ ਦੱਸਿਆ ਹੈ ਕਿ ਅੰਦਰ ਹੀ ਸਭ ਕੁਛ ਹੈ, ਬਾਹਰ ਕੁਛ ਨਹੀਂ ਹੈ। ਬਾਣੀ 'ਚ ਫਰਮਾਇਆ ਕਿ ਜੋ ਕੁਛ ਹੈ ਇਸ ਘਰ ਮਾਹੀ, ਬਾਹਰ ਢੋਲੇ ਸੋ ਭਰਮ ਭੁਲਾਈ। ਕਹਿੰਦੇ ਜੋ ਤੁਸੀਂ ਮੈਨੂੰ ਵਚਨ ਲਗਾਏ ਆ, ਮੈਂ ਉਹ ਵਚਨ ਮੰਨ ਕੇ ਮੈਂ ਉਹ ਕਮਾਈ ਕਰ ਸਕਾਂ, ਔਰ ਤੁਹਾਡੇ ਵਚਨਾਂ 'ਤੇ ਚੱਲ ਕੇ ਮੈਂ ਉਸ ਸੱਚੇ ਸੁੱਖ ਨੂੰ ਪਾ ਸਕਾਂ। ਸਤਿਗੁਰ ਦਇਆ ਕਿਰਪਾ ਕਰਨ, ਕਿਉਂਕਿ ਪੁਕਾਰ ਕੀ ਹੈ? ਹੋਰ ਪੁਕਾਰ ਕਰਨ ਦੀ ਜਾਂਚ ਵੀ ਉਹਨਾਂ ਦੀ ਦਇਆ ਨਾਲ ਹੀ ਆਉਂਦੀ ਹੈ। ਕਿਉਂ? ਇੱਕ ਸੇਵਕ ਨੇ ਕਿਹਾ ਕਿ ਬੇਨਤੀ ਕੀਤੀ ਕਿ ਆਪਣੀ ਦਇਆ ਸੇ ਗੁਰੂ ਦੀ ਉਦਾਨਾ, ਸੇਵਕ ਤੋਂ ਕੁਛ ਮੰਗ ਨਾ ਜਾਣਾ। ਕਾਹਦੇ ਵਾਸਤੇ? ਕਿ ਅਸੀਂ ਜੋ ਮੰਗਾਂਗੇ ਉਹ ਵੀ ਅਸੀਂ ਫਨਾ ਹੀ ਮੰਗਾਂਗੇ। ਇਸ ਕਰਕੇ ਕਿਹਾ ਕਿ ਤੁਸੀਂ ਕਿਰਪਾ ਕਰੋ, ਆਪਣੀ ਦਇਆ ਨਾਲ ਮੈਨੂੰ ਜੋ ਬਖਸ਼ਣਾ ਚਾਹੁੰਦੇ ਹੋ ਬਖਸ਼ ਦਿਓ। ਸਤਿਗੁਰ ਕਿਰਪਾ ਕਰਨ, ਦਇਆ ਕਰਨ, ਸਭ ਦੀ ਸੇਵਾ ਮਨਜ਼ੂਰ ਕਰਨ। ਔਰ ਸਭ ਤੋਂ ਵੱਡੀ ਚੀਜ਼ ਕੀ ਹੈ ਕਿ ਉਹਨਾਂ ਦੀ ਪ੍ਰੀਤ, ਭਰੋਸਾ, ਪਿਆਰ। ਮੈਂ ਕਿਹਾ ਕਿ ਜਿਸ ਤਰ੍ਹਾਂ ਮੁਝੇ ਕਰ ਲਓ ਚਰਨਾਂ ਦਾ ਆਧਾਰ, ਉਹਨਾਂ ਦੇ ਚਰਨਾਂ ਦਾ ਆਧਾਰ, ਉਹਨਾਂ ਦਾ ਵਿਸ਼ਵਾਸ ਭਰੋਸਾ ਬਣ ਜਾਵੇ ਅਤੇ ਸਾਰਾ ਕੁਛ ਹੀ ਵਿੱਚ ਆ ਜਾਂਦਾ ਹੈ।
ਰਾਧਾ ਸੁਆਮੀ ਜੀ।